ਗਏ ਨਾਲੋਂ ਨਾਲ ਉਸ ਦੀ ਘਰਵਾਲੀ ਲਵਪ੍ਰੀਤ ਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਜਸਪ੍ਰੀਤ ਖਰੜ ਦੀ। ਜਸਪ੍ਰੀਤ ਖਰੜ ਜਿਸ ਦਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ ਸੀ ਔਰ ਉਸ ਐਨਕਾਊਂਟਰ ਤੋਂ ਬਾਅਦ ਐਨਕਾਊਂਟਰ ਤੇ ਸਵਾਲ ਚੁੱਕੇ ਗਏ, ਨਾਲੋਂ ਨਾਲ ਉਸ ਦੀ ਘਰਵਾਲੀ ਲਵਪ੍ਰੀਤ ਨੂੰ ਪੁਲਿਸ ਨੇ ਜਿਸ ਢੰਗ ਦੇ ਨਾਲ ਹਿਰਾਸਤ ਦੇ ਵਿੱਚ ਲਿੱਤਾ ਸੀ ਔਰ ਉਸ ਤੋਂ ਬਾਅਦ ਇੱਕ ਕਰਕੇ ਉਸ ਦੇ ਉੱਪਰ ਕਈ ਮਾਮਲੇ ਦਰਜ ਹੋਏ, ਧਾਰਾਵਾਂ ਜਿਹੜੀਆਂ ਨੇ ਉਹਨਾਂ ਮਾਮਲਿਆਂ ਦੇ ਵਿੱਚ ਕਈ ਦਰਜ ਕੀਤੀਆਂ ਨੇ। ਲੇਕਿਨ ਅੱਜ ਕੋਰਟ ਦੇ ਵਿੱਚ ਉਸ ਦੀ ਜ਼ਮਾਨਤ ਯਾਚਿਕਾ ਦੇ ਉੱਪਰ ਸੁਣਵਾਈ ਹੋਈ ਹੈ ਔਰ ਜ਼ਮਾਨਤ ਜਿਹੜੀ ਹੈ ਉਸ ਦੀ ਮਨਜ਼ੂਰ ਕਰ ਦਿੱਤੀ ਗਈ ਹੈ। ਲੇਕਿਨ ਕੋਰਟ ਦੇ ਵਿੱਚ ਕਾਨੂੰਨੀ ਪਹਿਲੂ ਕੀ ਰਹੇ, ਕਿਸ ਗਰਾਊਂਡ ਦੇ ਉੱਪਰ ਇਸ ਨੂੰ ਜ਼ਮਾਨਤ ਮਿਲੀ ਔਰ ਜਿਸ ਢੰਗ ਦੇ ਨਾਲ ਲਗਾਤਾਰ ਉਸ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਸ ਨੂੰ ਲੈ ਕੇ ਪਰਿਵਾਰ ਸਵਾਲ ਕਰ ਰਿਹਾ ਸੀ, ਉਹਨਾਂ ਨੂੰ ਲੈ ਕੇ ਘੁੰਮਣ ਬ੍ਰਦਰ ਜਿਹੜੇ ਐਡਵੋਕੇਟ ਸਾਡੇ ਨਾਲ ਨੇ। ਇਸ ਤੋਂ ਇਲਾਵਾ ਜੇਕਰ ਆਪਾਂ ਉਸ ਕੁੜੀ ਦੀ ਮਾਂ ਦੀ ਗੱਲ ਕਰੀਏ ਉਹ ਵੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿਉਂਕਿ ਜਸਪ੍ਰੀਤ ਖਰੜ ਦਾ ਜਿਹੜਾ ਐਨਕਾਊਂਟਰ ਹੋਇਆ ਉਸ ਤੇ ਸਵਾਲ ਚੁੱਕੇ ਜਾ ਰਹੇ ਨੇ। ਜੈਪਾਲ ਭੁੱਲਰ ਦਾ ਜਿਹੜਾ ਐਨਕਾਊਂਟਰ ਹੋਇਆ ਉਸ ਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਔਰ ਜੈਪਾਲ ਭੁੱਲਰ ਦੇ ਪਰਿਵਾਰ ਵਾਲੇ ਤੇ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਣਾ ਚਾਹੀਦਾ ਸੀ ਤਾਂ ਕਿ ਪਤਾ ਲੱਗੇ ਕਿ ਕਿਆ ਵਾਕਿਆ ਹੀ ਐਨਕਾਊਂਟਰ ਹੋਇਆ ਜਾਂ ਫਿਰ ਪੁਲਿਸ ਨੇ ਫੇਕ ਐਨਕਾਊਂਟਰ ਦਿਖਾਇਆ ਇਸ ਨੂੰ। ਇਹ ਸਾਰਾ ਫਿਲਹਾਲ ਕੋਰਟ ਦੇ ਵਿੱਚ ਮਾਮਲਾ ਵਿਚਾਰਾਧੀਨ ਹੈ। ਗੱਲਬਾਤ ਕਰ ਲੈਂਦੇ ਇਸ ਸਾਰੇ ਮਸਲੇ ਦੇ ਉੱਪਰ। ਘੁੰਮਣ ਬ੍ਰਦਰ ਸਾਡੇ ਨਾਲ ਨੇ। ਸਰ ਸਤਿ ਸ਼੍ਰੀ ਅਕਾਲ, ਵੈਲਕਮ ਤੁਹਾਡਾ ਡੇਲੀ ਪੋਸਟ ਨਿਊਜ਼ ਦੇ ਵਿੱਚ। ਹਾਂਜੀ ਸਰ, ਇੱਕ ਵੱਡਾ ਮਸਲਾ ਐਨਕਾਊਂਟਰ, ਜਿਸ ਢੰਗ ਦੇ ਨਾਲ ਜਸਪ੍ਰੀਤ ਖਰੜ ਦਾ ਐਨਕਾਊਂਟਰ ਹੁੰਦਾ ਹੈ, ਇਸ ਦੇ ਨਾਲ ਹੀ ਜੈਪਾਲ ਭੁੱਲਰ ਦਾ ਐਨਕਾਊਂਟਰ ਹੁੰਦਾ ਹੈ ਔਰ ਉਸ ਐਨਕਾਊਂਟਰ ਤੋਂ ਪਹਿਲਾਂ ਜਿਸ ਢੰਗ ਦੇ ਨਾਲ ਜਿਹੜੀ ਜਸਪ੍ਰੀਤ ਖਰੜ ਦੀ ਘਰ ਵਾਲੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। 19 ਤਰੀਕ ਨੂੰ FIR ਦੇ ਵਿੱਚ 420 ਧਾਰਾ ਜਿਹੜੀ ਹੈ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਜਾਂਦੀਆਂ, ਯਾਨੀ ਨੋਨ ਬੇਲੇਬਲ ਮਾਮਲਾ ਬਣਾਇਆ ਜਾਂਦਾ। ਅੱਜ ਬੇਲ ਹੋ ਗਈ ਕਿ ਕੁਝ ਗਰਾਊਂਡ ਰਹੇ, ਪਹਿਲਾਂ ਇਸ ਤੇ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਇਸ ਐਨਕਾਊਂਟਰ ਤੇ ਜਿਹੜੇ ਲਗਾਤਾਰ ਸਵਾਲ ਚੁੱਕੇ ਜਾ ਰਹੇ, ਕਿੱਦਾਂ ਦੇਖਦੇ ਹੋ ਦੋਨੋਂ ਮਸਲਿਆਂ ਨੂੰ? ਦੇਖੋ, ਮੈਂ ਸਟਾਰਟਿੰਗ ਅੱਜ ਇੱਥੋਂ ਕਰਾਂਗਾ ਕਿ ਸਾਡੀ ਫਸਟ ਰੈਗੂਲਰ ਬੇਲ ਐਪਲੀਕੇਸ਼ਨ ਅੱਜ ਮਾਨਯੋਗ ਡਿਸਟ੍ਰਿਕਟ ਐਂਡ ਸੈਸ਼ਨ ਜੱਜ RS ਰਾਏ ਸਾਹਿਬ ਦੀ ਕੋਰਟ 'ਚ ਲਿਸਟ ਹੋਈ, ਜਿੱਥੇ ਸਾਡੇ ਅਗੇਂਸਟ ਸਟੇਟ ਕੌਂਸਲ ਡਿਸਟ੍ਰਿਕਟ ਅਟਾਰਨੀ ਮੋਹਾਲੀ ਅਪੀਅਰ ਹੋਈ। ਲਗਭਗ 10:15 ਵਜੇ ਸਾਡਾ ਆਰਗੂਮੈਂਟ ਸਟਾਰਟ ਹੋਇਆ ਤੇ ਸਾਡਾ ਜਿਹੜਾ ਫਸਟ ਸਬਮਿਸ਼ਨ ਸੀਗਾ, ਸਾਡਾ ਟੀਮ ਆਫ ਲਾਇਰਸ ਸਾਡੇ ਨਾਲ ਸੀਗੀ। ਸੋ ਅਸੀਂ ਇਹ ਲਿਆ ਕਿ ਇਨੀਸ਼ੀਅਲੀ ਜਿਹੜਾ 15 ਮਈ 2021 ਨੂੰ ਰਾਤ 11:15 ਵਜੇ FIR ਨੰਬਰ 204 ਜਸਪ੍ਰੀਤ ਜੱਸੀ ਦੀ ਵਾਈਫ ਲਵਪ੍ਰੀਤ ਦੇ ਅਗੇਂਸਟ ਦਿੱਤਾ ਜਾਂਦਾ ਹੈ, ਉਹਦੇ 'ਚ ਜਿਹੜੀਆਂ ਸੈਕਸ਼ਨਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਬੇਲੇਬਲ ਸੈਕਸ਼ਨਸ ਨੇ 212 216 ਦੈਟ ਬੋਥ ਸੈਕਸ਼ਨਸ ਰਿਲੇਟਸ ਟੂ ਹਾਰਬਰਿੰਗ। ਸੋ ਸਾਡਾ ਸੈਸ਼ਨ ਕੋਰਟ ਨੂੰ ਅਸੀਂ ਅਪਰਾਈਜ਼ ਕਰਵਾਇਆ ਕਿ CRPC ਤੇ IPC ਉਹਨਾਂ ਦੋਵਾਂ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈਗਾ ਕਿ ਤੁਸੀਂ ਹਾਰਬਰਿੰਗ 212 216 ਦੇ ਅਧੀਨ ਤੁਸੀਂ ਕਿਸੇ ਖਾਸ ਤੌਰ ਤੇ ਲੜਕੀ ਔਰ ਉਹ ਲੜਕੀ ਜਿਹੜੀ ਜਸਪ੍ਰੀਤ ਜੱਸੀ ਦੀ ਵਾਈਫ ਹੈ, ਸੋ ਉਹਦੇ ਚ ਐਕਸੈਪਸ਼ਨਸ ਜੱਜ ਸਾਹਿਬ ਨੂੰ ਦੱਸੀਆਂ। ਅਸੀਂ ਉਹਨਾਂ ਨੂੰ ਸਾਰਾ ਉੱਥੇ ਅਸੀਂ ਦੱਸਿਆ ਕਿ ਜੀ ਐਕਸੈਪਸ਼ਨਸ ਕਲੀਅਰ ਕਹਿ ਰਹੀਆਂ ਨੇ ਕਿ ਹਸਬੈਂਡ ਵਾਈਫ ਦੇ ਵਿੱਚ ਵਨੀਤ ਜੀ ਇਹ ਸੈਕਸ਼ਨਸ ਜਿਹੜੀਆਂ ਨੇ ਇਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ। ਸੋ ਇਸ ਤੋਂ ਇਲਾਵਾ ਅਸੀਂ ਹੋਰ ਵੀ ਅਸੀਂ ਸਾਰਾ ਉਹਦੇ ਚ ਨਾ ਇੱਕ ਜਿਹੜੀ FIR ਸੀ ਉਹਦੇ ਚ ਇਹਨਾਂ ਨੇ ਰੈਫਰੈਂਸ ਦਿੱਤਾ ਸੀ ਵੀ ਜਸਪ੍ਰੀਤ ਜੱਸੀ ਨੇ ਕੋਈ ਜਨਵਰੀ 2021 ਦਾ ਕੋਈ ਮਾਮਲਾ ਸੀ, ਜਿਹੜਾ ਮਾਮਲਾ ਸੀ ਉਹ ਸੀਗਾ ਕਿਡਨੈਪਿੰਗ ਤੇ ਅਟੈਂਪਟ ਟੂ ਮਰਡਰ 307 ਦਾ। ਅਸੀਂ ਉੱਥੇ ਇਹ ਵੀ ਅਸੀਂ ਸਵਾਲ ਖੜਾ ਕੀਤਾ ਕਿ DA ਸਾਹਿਬ ਇੱਥੇ ਖੜੇ ਨੇ, ਜੇਕਰ 307 ਵਾਲਾ ਜਿਹੜਾ ਉਹ ਮਾਮਲਾ ਸੀ ਜਿਹਦੇ ਚ ਰੈਫਰੈਂਸ ਪਾਇਆ ਸੀ ਤੁਸੀਂ FIR ਚ, ਜੇਕਰ ਕੋਈ ਲਵਪ੍ਰੀਤ ਦੇ ਅਗੇਂਸਟ ਤੁਸੀਂ ਕੋਈ ਕਨੈਕਸ਼ਨ ਐਸਟੈਬਲਿਸ਼ ਕਰ ਸਕੇ ਹੋ ਡਿਊਰਿੰਗ ਇਨਵੈਸਟੀਗੇਸ਼ਨ ਤਾਂ ਅਸੀਂ ਆਪਣਾ ਜਿਹੜਾ ਕੇਸ ਇਹਨੂੰ ਅਸੀਂ ਵਿਡਰਾ ਕਰਦੇ ਹਾਂ। ਤਾਂ ਡਿਸਟ੍ਰਿਕਟ ਅਟਾਰਨੀ ਉੱਥੇ ਇਸ ਚੀਜ਼ ਦਾ ਜਿਹੜਾ ਸਾਡਾ PP ਕਹਿ ਲਈਏ ਜਿਹਨੂੰ ਆਪਾਂ PP ਸਾਹਿਬ, ਉਹ ਇਸ ਚੀਜ਼ ਦਾ ਸਾਡਾ ਕੋਰਟ 'ਚ ਜਵਾਬ ਨਹੀਂ ਦੇ ਸਕੇ। ਸੋ ਇਹਦੇ ਤੋਂ ਇਲਾਵਾ ਅਸੀਂ ਲੇਟਰ ਔਨ ਅਸੀਂ ਕਿਹਾ ਕਿ ਸਬਸੀਕੁਐਂਟਲੀ ਹੋਇਆ ਕਿ ਇਹਨਾਂ ਨੇ ਅਰੈਸਟ ਕੀਤੀ ਬੇਲੇਬਲ ਸੈਕਸ਼ਨਸ, ਉਸ ਅਰੈਸਟ ਨੂੰ 15 ਤੋਂ ਲੈ ਕੇ 19 ਤੱਕ ਇਲੀਗਲ ਕਸਟਡੀ 'ਚ ਰੱਖਿਆ। 19 ਤਰੀਕ ਨੂੰ ਜਦੋਂ ਅਸੀਂ ਸਾਰਾ ਮੈਟਰ ਅਸੀਂ ਪੁੱਟ ਅਪ ਕਰਦੇ ਹਾਂ ਤਾਂ ਸਿਰਫ ਆਪਣੀ ਅਰੈਸਟ ਨੂੰ ਜਸਟੀਫਾਈ ਕਰਨ ਲਈ, ਕਿਉਂਕਿ ਇਹਨਾਂ ਨੇ ਆਪਣੀ ਅਰੈਸਟ ਜਸਟੀਫਾਈ ਕਰਾਉਣੀ ਸੀ, 307 ਜਸਪ੍ਰੀਤ ਨਾਲ ਕੋਈ ਕਨੈਕਸ਼ਨ ਜੋੜ ਨਹੀਂ ਸਕੇ, ਤਾਂ ਫਿਰ ਜਾਣ ਬੁੱਝ ਕੇ ਇਹਨਾਂ ਨੇ ਨੌਨ ਬੇਲੇਬਲ 420 67 ਦਾ ਜਿਹੜਾ ਕੋ ਸਬਸੀਕੁਐਂਟਲੀ ਵਾਧਾ ਕੀਤਾ, ਉਹ ਸਿਰਫ ਇਸ ਕਰਕੇ ਵੀ ਇਹਨੂੰ ਜੁਡੀਸ਼ੀਅਲ ਜਾਂ ਜੇਲ੍ਹ ਦੇ ਅੰਦਰ ਹੀ ਕਰਕੇ ਰੱਖੀਏ। ਸੋ ਇਹ ਸਾਰੀਆਂ ਅਸੀਂ ਗਰਾਊਂਡਸ ਲਈਆਂ। ਇਹਦੇ ਤੋਂ ਇਲਾਵਾ ਤੁਹਾਨੂੰ ਵਕੀਲ ਸਾਹਿਬ ਵੀ ਦੱਸਦੇ ਨੇ ਵੀ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਇਹ ਲੀਗਲੀ ਵੈਟਡ ਵਾਈਫ ਹੈ ਕਿ ਨਹੀਂ, ਸੋ ਉਹਦੇ ਤੇ ਸਾਡਾ ਪ੍ਰੀਲਿਮਿਨਰੀ ਇਹੀ ਸੀ ਕਿ ਲੀਗਲੀ ਵੈਟਡ ਵਾਈਫ ਤਾਂ ਹੈ ਹੀ ਹੈ, ਤੁਸੀਂ ਐਟਲੀਸਟ FIR ਗੋ ਥਰੂ ਕਰੋ। FIR ਦੇ ਵਿੱਚ ਤੁਹਾਡਾ ਪ੍ਰੋਸੀਕਿਊਸ਼ਨ ਤੁਹਾਡਾ ਵਰਜਨ ਕੀ ਹੈ ਕਿ ਇਹ ਧਰਮ ਪਤਨੀ ਜਸਪ੍ਰੀਤ, ਅੱਜ ਤੁਸੀਂ ਕਹਿ ਰਹੇ ਹੋ ਵੀ ਉਹ ਹੈ ਕਿ ਨਹੀਂ ਹੈ, ਸੋ ਦੋਵੇਂ ਕੰਟਰਾਡਿਕਟ ਇੱਕ ਦੂਜੇ ਨੂੰ ਕਰਦੀਆਂ ਨੇ। ਇਹਦੇ ਤੋਂ ਇਲਾਵਾ ਕਾਫੀ ਤੁਸੀਂ ਕਹੋ ਵੀ ਇਸ਼ੂਜ਼ ਸੀਗੇ, ਉਹ ਤੁਹਾਨੂੰ ਵਕੀਲ ਸਾਹਿਬ ਥੋੜਾ ਅੱਗੋਂ ਨਾਲ। ਇਹ ਕੀ ਮਸਲਾ ਆਇਆ
ਕਿ ਲੀਗਲੀ ਵਾਈਫ ਹੈਗੀ ਹੈ ਜਾਂ ਨਹੀਂ ਆਈ, ਕਿਉਂਕਿ ਇਹ ਕਹਿ ਕੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਕਿ ਜਸਪ੍ਰੀਤ ਦੀ ਵਾਈਫ, ਔਰ ਇਸ ਨੂੰ ਪਤਾ ਹੈ ਕਿ ਕਿਸ ਢੰਗ ਦੇ ਨਾਲ ਜਸਪ੍ਰੀਤ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਅਪਰਾਧੀ ਘਟਨਾ ਹੋਈ ਉਸ ਨੂੰ ਅੰਜਾਮ ਦੇ ਕੇ ਭੱਜਿਆ, ਕਿਸ ਤਰ੍ਹਾਂ ਇਸ ਦੀ ਹੈਲਪ ਕਰਾਈ ਗਈ। ਔਰ ਇਹ ਵੀ ਕਿਹਾ ਗਿਆ ਕਿ ਬਾਕੀ ਜਿਹੜੇ ਅਰੇਂਜਮੈਂਟ ਕੋਲਕਾਤਾ ਦੇ ਵਿੱਚ ਹੋਏ ਸੀ ਉਸ ਦੇ ਵਿੱਚ ਵੀ ਲਵਪ੍ਰੀਤ ਜਿਹੜੀ ਹੈ ਉਸ ਦੀ ਇਨਵੋਲਵਮੈਂਟ ਸੀ। ਦੇਖੋ ਵਨੀਤ ਜੀ, ਮੈਂ ਸਟਾਰਟਿੰਗ ਕਰੂੰਗਾ। ਦੇਖੋ, ਇੱਕ ਪਰਚਾ ਜਿਹੜਾ ਦਰਜ, ਜਿਵੇਂ ਵਕੀਲ ਸਾਹਿਬ ਪਹਿਲਾਂ ਦੱਸ ਕੇ ਬੈਠੇ ਨੇ, ਇੱਕ ਪਰਚਾ ਦਰਜ ਹੁੰਦਾ ਜਨਵਰੀ ਦੇ ਵਿੱਚ। ਜਨਵਰੀ ਮੇਰੇ ਖਿਆਲ 'ਚ ਫਸਟ ਵੀਕ ਦੇ ਵਿੱਚ ਦਰਜ ਹੁੰਦਾ ਹੈ ਜਸਪ੍ਰੀਤ ਰਾਣਾ ਦੇ ਖਿਲਾਫ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਆ ਗਿਆ। ਮਈ ਤੱਕ ਸੁਹਾਣਾ ਪੁਲਿਸ ਨੂੰ ਯਾਦ ਨਹੀਂ ਆਇਆ ਵੀ ਇਹ ਉਹਨੂੰ, ਜਿਹੜੀ ਤੁਸੀਂ ਕਹ ਲਓ ਪਨਾਹ ਦਿੰਦੀ ਏ ਉਹਦੀ ਵਾਈਫ ਲਵਪ੍ਰੀਤ, ਕਿ ਜਿਸ ਦਿਨ ASI ਦੀ ਮਰਡਰ ਹੁੰਦਾ ਹੈ ਜਾਂ ਜੋ ਵੀ ਹੁੰਦਾ ਹੈ ਉਸ ਦਿਨ ਸੇਮ ਇਹਨਾਂ ਨੂੰ ਯਾਦ ਆਉਂਦੀ ਹੈ ਕਿ ਇਹਦੀ ਵਾਈਫ ਵੀ ਪਨਾਹ ਦਿੰਦੀ ਸੀ। ਔਰ ਇੱਕ ਬੜਾ ਹੈਰਾਨੀਜਨਕ ਫੈਸਲਾ ਜਿਹੜਾ ਇਹਨਾਂ ਨੇ ਫਟਾਫਟ ਇੱਕ ਕਾਲੀ ਕਾਲੀ ਚ ਕੀਤਾ, ਉਹ ਇਹ ਕੀਤਾ, IPC ਮੈਨੂੰ ਲੱਗਦਾ ਵੀ ਇਹਨਾਂ ਨੇ ਕਰਨ ਤੋਂ ਪਹਿਲਾਂ 212 ਤੇ 216 ਪੜੀ ਹੋਈ ਨਹੀਂ। ਫਟਾਫਟ 11:15 10 ਵਜੇ ਇਹ ਕਹਿੰਦੇ ਨੇ ਜੀ ਸੀਕ੍ਰੀਟ ਇਨਫੋਰਮਰ ਮਿਲਦਾ ਹੈ, ਅਸੀਂ ਜੋ ਫਲਾਣੀ ਜਗ੍ਹਾ ਤੇ ਖੜੇ ਆ ਕਿਤੇ, ਉੱਥੇ ਸੀਕ੍ਰੀਟ ਇਨਫੋਰਮਰ ਮਿਲਦਾ ਹੈ ਜਿਹਨੂੰ ਮੁਖਬਰ ਖਾਸ ਬੋਲਦੇ ਆ। ਉਹ ਆ ਕੇ ਇਤਲਾਹ ਦਿੰਦਾ ਹੈ। ਇਤਲਾਹ ਦੇਣ ਤੋਂ ਬਾਅਦ ਇਹ ਸਰ 11:15 ਵਜੇ ਪਰਚਾ ਦਰਜ ਕਰਦੇ ਨੇ। ਪਰਚਾ ਹੀ ਦਰਜ ਨਹੀਂ ਕਰਦੇ ਮਨੀਸ਼ ਜੀ, ਇਹ ਸ਼ੂਕਦੇ ਨੇ, ਗੱਡੀਆਂ ਲੈ ਕੇ 12:30 ਵਜੇ ਪਹੁੰਚਦੇ ਨੇ। ਐਡੀ ਕੀ ਆਫਤ ਆ ਗਈ ਸੀ ਵੀ ਉਸ ਰਾਤ ਇੱਕ ਇਨੋਸੈਂਟ ਗਰਲ ਨੂੰ ਤੁਸੀਂ 5 ਮਹੀਨਿਆਂ ਦੇ ਕਿੱਥੇ ਸੀ? ਤੁਹਾਡੇ ਕੋਲ ਕੋਈ ਡਿਸਕਲੋਜ਼ਰ ਸਟੇਟਮੈਂਟ ਹੈ ਕਿਸੇ ਦੀ? ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਦਿਖਾਓ। ਇਹਨਾਂ ਨੇ ਸਰ ਕਿਸੇ ਦੀ ਨੋਮੀਨੇਸ਼ਨ ਨਹੀਂ, ਕੋਈ ਡਿਸਕਲੋਜ਼ਰ ਸਟੇਟਮੈਂਟ ਨਹੀਂ। ਇਹਨਾਂ ਨੇ ਸਰ ਗੱਡੀਆਂ ਸ਼ੂਕਤੀਆਂ ਉੱਥੇ ਪਿੰਡ ਵਿਦੇਸ਼ ਕਲਾਂ, ਉੱਥੇ 12:30 ਪਹੁੰਚ ਕੇ 30-35 ਮਿੰਟ ਉੱਥੇ ਰਹਿੰਦੇ ਨੇ। ਔਰ ਇੱਕ ਮੈਨੂੰ ਗਿਲਾ ਵੀ ਆਪਣੇ ਪਿੰਡ ਦੇ ਬੰਦਿਆਂ ਤੇ, ਤੁਹਾਡੀ ਧੀ ਭੈਣ ਨੂੰ ਪਿੰਡੋਂ ਲੈ ਗਏ, ਤੁਸੀਂ ਕਿਉਂ ਸਾਰਾ ਪਿੰਡ ਇਕੱਠਾ ਨਹੀਂ ਹੋਏ? ਤੁਸੀਂ ਕਿਉਂ ਨਹੀਂ ਪੁਲਿਸ ਨੂੰ ਪੁੱਛਿਆ? ਸਰਪੰਚ ਕਿੱਥੇ ਸੀਗਾ? ਬਾਕੀ ਦੇ ਲੋਕ ਕਿੱਥੇ ਸੀਗੇ? ਪਿੰਡ ਦੀ ਧੀ ਨੂੰ ਲੋਕੀ ਇੱਜ਼ਤ ਗਿਣਦੇ ਸੀਗੇ। ਪਿੰਡ ਦੀ ਧੀ ਭੈਣ ਨੂੰ ਅੱਜ ਵੀ ਅਸੀਂ ਆਪਣੀ ਇੱਜ਼ਤ ਮੰਨਦੇ ਹਾਂ। ਉਸ ਪਿੰਡ ਦੇ ਵਿੱਚ 12:30 ਵਜੇ ਪੁਲਿਸ ਆਉਂਦੀ ਏ ਔਰ 1:05 ਤੇ ਇਹਨਾਂ ਦੀ ਬੇਟੀ ਨੂੰ ਲੈ ਕੇ ਜਾਂਦੀ ਏ। ਇਹਦਾ ਕੋਈ ਵੀ ਬ੍ਰਦਰ ਨਹੀਂ ਸੀ ਵਨੀਤ ਜੀ, ਫਾਦਰ ਡਿਪਰੈਸ਼ਨ ਦੇ ਪੇਸ਼ੈਂਟ ਨੇ, ਉਹ ਲੈ ਜਾਂਦੇ ਨੇ। ਸਰ ਇੱਥੇ ਹੀ ਉਹਨਾਂ ਦਾ ਸਿਸਟਮ ਬੰਦ ਨਹੀਂ ਹੋਇਆ। 15 ਤਰੀਕ 16 ਦੀ ਇੰਟਰਵੀਨਿੰਗ ਨਾਈਟ ਤੋਂ ਲੈ ਕੇ 17, 18, 19 ਇਹ ਕੱਲੀ ਲੇਡੀ ਕਦੀ CA ਦੇ ਬਾਹਰ, ਇਹਨਾਂ ਨੇ ਜੋ ਸਾਨੂੰ ਦੱਸਿਆ ਹੈ। ਔਰ ਸਰ ਮੈਂ ਇੱਥੇ ਆ ਕੇ ਕਹੂੰਗਾ ਕਿ ਇਹ ਲੌਲੈਸਨੈਸ ਨਹੀਂ ਤੇ ਹੋਰ ਆਪਾਂ ਇਹਨੂੰ ਕੀ ਕਵਾਂਗੇ। 19 ਤਰੀਕ ਨੂੰ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਵੀ ਕੋਈ ਵਕੀਲ ਕੋਈ ਹੈਬਸ ਕਾਰਪਸ ਨਾ ਪਾ ਦੇਣ, ਕੋਈ ਰਿਟ ਨਾ ਪਾ ਦੇਣ, ਤਾਂ ਫਿਰ ਸਾਰੇ ਕੀ ਕਰਦੇ ਨੇ, ਇਹ ਫਟਾਫਟ ਸਾਨੂੰ 19 ਤਰੀਕ ਨੂੰ ਸਾਨੂੰ ਫੋਨ ਆਉਂਦਾ ਹੈ ਵੀ ਸਰ 4 ਦਿਨ ਹੋ ਗਏ ਸਾਡੀ ਬੇਟੀ ਨੂੰ ਇਹਨਾਂ ਨੇ ਤਸੱਦਦ ਢਾਉਂਦਿਆਂ ਨੂੰ। ਅਸੀਂ 19 ਤਰੀਕ ਨੂੰ ਕੋਰਟ ਦੇ ਵਿੱਚ ਪਹੁੰਚਦੇ ਹਾਂ ਤੇ ਸਾਨੂੰ ਉੱਥੇ ਜਾ ਕੇ ਕੀ ਪਤਾ ਲੱਗਦਾ ਹੈ ਵੀ ਇੱਕ 419 ਤੇ 20 ਦਾ ਇੱਕ ਵਾਅਦਾ ਕਰਕੇ ਲੈ ਕੇ ਆਏ ਹੋ, ਸਿਰਫ ਇਸ ਕਰਕੇ ਵੀ ਕੱਲ ਨੂੰ ਜੇ ਕੋਈ ਰਿਟ ਪੈ ਗਈ ਤਾਂ ਅਸੀਂ ਜਵਾਬ ਦੇਵਾਂਗੇ ਵੀ ਜਾ ਦੇਖੋ ਜੀ 212 216 ਦਾ ਅਸੀਂ ਵਾਅਦਾ ਕਰ ਲਿਆ। ਸਰ 212 ਤੇ 216 ਲੱਗਦੀ ਹੋਈ ਨਹੀਂ ਹੈਗੀ। ਉਸ ਤੋਂ ਬਾਅਦ ਕੀ ਹੁੰਦਾ ਮਨੀਸ਼ ਜੀ, ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਜਦੋਂ ਸਾਨੂੰ ਕੋਰਟ ਦੇ ਬਾਹਰੋਂ ਲੜਕੀ ਮਿਲਦੀ ਹੈ ਔਰ ਉਹ 2 ਮਿੰਟ ਵੀ ਉਹ ਲੜਕੀ ਚੁੱਪ ਨਹੀਂ ਕੀਤੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਬੱਚੇ ਤੂੰ ਪਰਵਾਹ ਨਾ ਕਰ, ਤੇਰੇ ਵਕੀਲ ਆ ਗਏ, ਮੋਟੀਵੇਟ ਕੀਤਾ। ਮੈਂ ਕਿਹਾ ਤੂੰ ਬਿਲਕੁਲ ਫਿਕਰ ਨਹੀਂ ਕਰਨਾ। ਪਰ ਉਹ ਕੁੜੀ ਸਾਡੇ ਨਾਲ ਗੱਲ ਵੀ ਨਹੀਂ ਸੀ ਕਰ ਰਹੀ, ਉਹ ਇੰਨੀ ਕੁ ਸਹਿਮੀ ਹੋਈ ਸੀ। ਉਹਨੇ ਵਕੀਲ ਸਾਹਿਬ ਨਾਲ ਸਿਰਫ ਇੰਨੀ ਗੱਲ ਮੈਂ ਜ਼ਰੂਰ ਸੁਣੀ ਵੀ ਵੀਰੇ ਮੈਨੂੰ ਰੱਜ ਕੇ ਟੌਰਚਰ ਕੀਤਾ ਹੈ। ਹੁਣ ਇਸ ਤੋਂ ਬਾਅਦ ਸਰ ਅਸੀਂ ਸਿਨੈਰੀਓ ਦੇਖਿਆ, ਉਹ ਇਹ ਦੇਖਿਆ ਵੀ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਅਸੀਂ ਜ਼ਮਾਨਤ ਅਰਜੀ ਇਹਨਾਂ ਦੀ ਲਾ ਦਿੰਦੇ ਆ। ਫਿਰ ਅਸੀਂ ਰਿਟ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹਦੇ ਵਿੱਚ ਲਾਲੈਸਨੈਸ ਹੋਈ ਏ, ਇਹਦੇ 'ਚ ਆਪਾਂ ਨੂੰ ਕਾਰਵਾਈ ਜਿਹੜੀ ਹੈ ਕਰਨੀ ਪੈਣੀ ਹੈ। ਪਰਿਵਾਰ ਨੂੰ ਤਿਆਰ ਕਰਦੇ ਆ। ਦੇਖੋ ਇਹਨਾਂ ਕੇਸਾਂ ਦੇ ਵਿੱਚ ਪੁਲਿਸ ਦੇ ਖਿਲਾਫ ਪਰਿਵਾਰ ਨੂੰ ਤਿਆਰ ਕਰਨਾ ਵੀ ਰਿਟ ਦੇ ਵਿੱਚ ਆਏ ਬੜਾ ਵੱਡਾ, ਇੱਕ ਲਾਇਰ ਲਈ, ਇੱਕ ਵਕੀਲ ਲਈ ਬੜਾ ਵੱਡਾ ਹੁੰਦਾ ਹੈ। ਅਸੀਂ ਦੱਸ ਸਕਦੇ ਹਾਂ ਪਰ ਫਾਈਨਲ ਬੌਸ ਕਲਾਇੰਟ ਹੀ ਹੁੰਦਾ ਹੈ। ਉਹਨੇ ਜੇ ਸਾਈਨ ਕੀਤਾ ਸਰ ਰਿਟ ਤਾਂ ਲੱਗਣੀ ਹੈ। ਮੈਨੂੰ ਇਹਨਾਂ ਨੇ ਦੱਸਿਆ, ਕਹਿੰਦੇ ਜੀ ਵਕੀਲ ਸਾਹਿਬ ਸਾਨੂੰ ਪੁਲਿਸ ਆਫੀਸਰਸ ਨੇ ਬਹੁਤ ਦਬਾਅ ਪਾਇਆ ਹੈ, ਅਸੀਂ ਰਿਟ ਨਹੀਂ ਪਾਣੀ ਹੈਗੀ। ਅਸੀਂ ਕਿਹਾ ਜੀ ਠੀਕ ਹੈ, ਅਸੀਂ ਜ਼ਮਾਨਤ ਅਰਜੀ ਲਾਤੀ। ਜ਼ਮਾਨਤ ਅਰਜੀ ਦੇ ਇਨ ਬਿਟਵੀਨ ਆਪਾਂ ਨੂੰ ਇਨਕਾਊਂਟਰ ਕਲਕੱਤੇ ਵਾਲਾ ਹੁੰਦਾ ਹੈ। ਹੁਣ ਮੈਂ ਸਰ ਇੱਥੇ ਆ ਕੇ ਇਹ ਚੀਜ਼ ਦੱਸੂਗਾ ਕਿ ਉਸ ਇਨਕਾਊਂਟਰ ਦੇ ਵਿੱਚ ਜੋ ਪੁਲਿਸ ਨੇ ਅਡਾਪਟ ਕੀਤਾ ਹੈ ਮੈਥਡ, ਹਨਾ, ਉਹ ਕੀ ਜਾਇਜ਼ ਹੈ ਨਜਾਇਜ਼ ਹੈ, ਇਸ ਚੀਜ਼ ਆਪਾਂ ਬਾਅਦ ਚ ਡਿਸਕਸ ਕਰਾਂਗੇ। ਜੱਸੀ ਦੀ ਜਿੰਨੇ ਕੇਸਿਸ ਨੇ ਅਸੀਂ ਇਹਨਾਂ ਨੂੰ ਕੋਈ ਪਿਛੋਕੜ ਦਾ ਨਹੀਂ ਪਤਾ। ਇਹਨਾਂ ਦੀ ਬੇਟੀ ਤੇ ਇੱਕ ਸਿੰਗਲ FIR ਨਹੀਂ। ਤੁਸੀਂ ਇਹ ਤਾਂ ਦੇਖ ਲਓ ਵੀ ਇੱਕ ਇਨੋਸੈਂਟ 24-25 ਸਾਲ ਦੀ ਕੁੜੀ ਹੈ। ਸੋ ਉਹਨੂੰ ਆਪਾਂ ਜ਼ਰੂਰੀ ਵੀ ਜੇ ਉਹਦੇ ਬਾਰੇ ਕੁਝ ਨਹੀਂ ਲੱਭਿਆ ਤਾਂ ਇਹ ਜ਼ਰੂਰੀ ਤਾਂ ਨਹੀਂ ਵੀ ਆਪਾਂ ਇਨਵੋਲਵ ਕਰਕੇ ਹੀ ਰੱਖਣਾ, ਉਹਨੂੰ ਜੇਲ੍ਹ 'ਚ ਡੱਕ ਕੇ ਹੀ ਰੱਖਣਾ। ਸੋ ਅੱਜ ਜ਼ਮਾਨਤ ਅਰਜੀ ਸਵੇਰੇ ਲਾਈ, ਰੱਜ ਕੇ ਅਸੀਂ ਉੱਥੇ ਠੋਕ ਕੇ ਬਹਿਸ ਕੀਤੀ, ਇਸ ਗੱਲ ਦਾ ਅਪੋਜ਼ ਕੀਤਾ ਵੀ ਇਹਦਾ ਕੋਈ ਕ੍ਰਿਮੀਨਲ ਪਿਛੋਕੜ ਦਿਖਾ ਦਿਓ, ਕਿਤੇ ਕੋਈ ਲਿੰਕ ਦਿਖਾ ਦਿਓ ਜੋੜ ਕੇ। ਜਿਹੜਾ ਇਹ ਨਹੀਂ ਦਿਖਾ ਸਕੇ ਔਰ 420 ਜਿਹੜੀ ਬਾਕੀ ਦੀਆਂ ਸੈਕਸ਼ਨਸ ਨੇ ਉਹ ਬਣਦੀਆਂ ਹੀ ਨਹੀਂ, ਉਹਦੇ 'ਚ ਕੋਈ ਇੰਡੀਪੈਂਡੈਂਟ ਕੰਪਲੇਨੈਂਟ ਹੀ ਨਹੀਂ। ਦੇਖੋ ਮੈਂ ਇੱਕ ਗੱਲ ਅੱਗੇ ਅਸੀਂ ਵਕੀਲ ਸਾਹਿਬ ਗੱਲ ਕਰਕੇ ਬੈਠੇ ਸੀ
ਪੰਜਾਬ ਸਟੇਟ 'ਚ ਕੀ ਹੈ, ਹਜ਼ਾਰਾਂ ਐਪਲੀਕੇਸ਼ਨਾਂ ਰੁਲਦੀਆਂ ਨੇ, ਜਿਹੜੀਆਂ ਇਹ ਰੁਲਦੀਆਂ ਨੇ, ਕਹਿੰਦੀਆਂ ਨੇ ਕਿ ਆਹ ਬੰਦੇ ਨੇ ਜੀ 420 ਕਰਤੀ, ਉਹ ਫਲਾਣੇ ਬੰਦੇ ਨੇ ਮੈਨੂੰ ਠੱਗੀ ਲਾਈਏ, ਸਰ ਉੱਥੇ ਪਰਚੇ ਦਰਜ ਨਹੀਂ ਹੁੰਦੇ, ਉੱਥੇ ਪਰਚੇ ਦਰਜ ਨਹੀਂ ਹੁੰਦੇ। ਇੱਥੇ ਵੇਖ ਲਓ 420 ਦੇ ਵਿੱਚ ਜਦੋਂ ਕੋਈ ਬੰਦਾ ਹੈ ਹੀ ਨਹੀਂ, ਆਪ ਹੀ ਪੁਲਿਸ ਨੇ 420 ਲਾ ਵੀ ਦਿੱਤੀ ਫਟਾਫਟ। ਸੋ ਇਹ ਸਾਰੀਆਂ ਦਲੀਲਾਂ ਅਸੀਂ ਅੱਜ ਉੱਥੇ ਰੱਖੀਆਂ ਕੋਰਟ 'ਚ, ਜਿੱਥੇ ਸੈਸ਼ਨ ਜੱਜ ਸਾਹਿਬ ਨੇ ਇਹ ਸਾਰਾ ਲਗਭਗ ਮੈਨੂੰ ਲੱਗਦਾ 35 ਤੋਂ 40 ਮਿੰਟ ਲਗਭਗ ਸਾਡੀ ਸਾਰੀ ਚੱਲੀ। 35-40 ਮਿੰਟਾਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਫੈਸਲਾ ਮੈਂ ਜਿਹੜਾ ਰਿਜ਼ਰਵ ਕੀਤਾ ਆਫਟਰ ਲੰਚ ਤੁਸੀਂ ਦੇਖ ਲਿਓ। ਸੋ ਪਰਮਾਤਮਾ ਨਾਲ ਵੱਲੋਂ, ਕਿਉਂਕਿ ਇਨਸਾਫ ਜਿਹੜਾ ਹੈ, ਦੇਖੋ ਜੁਡੀਸ਼ਰੀ ਇਸ ਜਿਹੜੀ ਦੇਸ਼ ਦੀ ਏ ਉਹਨੂੰ ਲੱਖ ਵਾਰੀ ਸਲੂਟ ਕਰਦੇ ਆ, ਕਿਉਂਕਿ ਦੇਖੋ ਜਿੱਥੇ ਪੁਲਿਸ ਹੈ, ਜੇ ਸਾਡੀਆਂ ਕੋਰਟਾਂ ਜਿਹੜੀਆਂ ਨੇ ਸਰ ਜੇ ਇਹ ਨਾ ਹੋਣ ਤਾਂ ਇਹ ਤਾਂ ਰਾਤ ਨੂੰ ਤੁਸੀਂ ਕਹਿ ਲਓ ਵੀ ਕਿਸੇ ਮਰਜ਼ੀ ਮਰਡਰ ਪਾ ਦੇਣਗੇ, ਕਿਤੇ ਐਨਡੀਪੀਐਸ ਦਾ ਹੋ ਜਾਊਗਾ। ਸੋ ਉਹ ਲੱਖ ਸਲਾਮ ਉਸ ਜੱਜਾਂ ਨੂੰ, ਉਸ ਕੋਰਟਾਂ ਨੂੰ ਜਿਨ੍ਹਾਂ ਨੇ ਸਹੀ ਤੋਲਿਆ ਤੇ ਅੱਜ ਬੇਲ ਐਪਲੀਕੇਸ਼ਨ ਜਿਹੜੀ ਸੀ ਉਹ ਅਲਾਓ ਕੀਤੀ। ਮੈਂ ਇੱਕ ਵਨੀਤ ਜੀ, ਮੈਂ ਵਕੀਲ ਸਾਹਿਬ ਦੀ ਗੱਲ ਦੇ ਵਿੱਚ ਇੱਕ ਡਿਊਰਿੰਗ ਕੋਰਸ ਆਫ ਆਰਗੂਮੈਂਟ ਇੱਕ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੁੰਦੀ ਹੈ ਕਿ ਡੀਏ ਸਾਹਿਬ ਨੇ ਜਿਹੜਾ ਇੱਕ ਆਬਜੈਕਸ਼ਨ ਲਿਆ ਸਾਡੀ ਐਪਲੀਕੇਸ਼ਨ ਤੇ, ਉਹ ਕਹਿੰਦੇ ਜੀ ਕਿ ਪਹਿਲਾਂ ਤੇ ਇਹੀ ਗੱਲ ਇਨ ਕੁਐਸਚਨ ਹਜੇ ਤੱਕ ਖੜੀ ਏ ਵੀ ਕੀ ਇਹ ਲੀਗਲੀ ਵੈਡਡ ਵਾਈਫ ਹੈ ਕਿ ਨਹੀਂ। ਤਾਂ ਸਾਡਾ ਕੀ ਸੀ, ਅਸੀਂ ਕਿਹਾ ਜੀ ਵੀ ਮਾਈ ਲੋਰਡਸ ਨੂੰ ਜੱਜ ਸਾਹਿਬ ਨੂੰ ਅਸੀਂ ਅਪਰਾਈਜ਼ ਕਰਵਾਇਆ, ਅਸੀਂ ਕਿਹਾ ਜੀ FIR ਪੜੋ, FIR ਇਟਸੈਲਫ ਡਿਪਿਕਟ ਕਰ ਰਹੀ ਏ ਟਰੂ ਪਿਕਚਰ ਓਵਰ ਦੀ ਮੈਟਰ ਇਨ ਕੁਐਸਚਨ। ਉੱਥੇ ਤੁਸੀਂ ਕਹਿ ਰਹੇ ਹੋ ਧਰਮ ਪਤਨੀ ਜਸਪ੍ਰੀਤ ਸਿੰਘ ਜੱਸੀ। ਸੋ ਹੁਣ ਇੱਥੇ ਆ ਕੇ ਤੁਸੀਂ, ਕਿਉਂਕਿ ਪ੍ਰੋਸੀਕਿਊਸ਼ਨ ਨੇ ਪਹਿਲਾਂ ਕੇਸ ਦਿੱਤਾ ਤੇ ਅੱਜ ਜਦੋਂ ਅਸੀਂ ਬੇਲ ਐਪਲੀਕੇਸ਼ਨ ਉਸ ਇਨੋਸੈਂਟ ਲੜਕੀ ਦੀ ਪਾਈ, ਉੱਥੇ ਤੁਸੀਂ ਕਹਿੰਦੇ ਹੋ ਵੀ ਇੱਥੇ ਸਵਾਲੀਆ ਨਿਸ਼ਾਨ ਖੜਾ ਹੈ। ਸੋ ਇਹਦੇ ਤੋਂ ਇਲਾਵਾ ਅਖੀਰ ਆ ਕੇ ਉਹਨਾਂ ਨੇ ਜਦੋਂ ਕੋਈ ਵਾਹ ਲੱਗਿਆ ਵੀ ਨਹੀਂ ਚੱਲੀ, ਫਿਰ ਉਹਨਾਂ ਨੇ ਵਨੀਤ ਜੀ ਰੈਫਰੈਂਸ ਕੀ ਦਿੱਤਾ, ਉਹ ਕਹਿੰਦੇ ਜੀ ਕੈਲਕਟਾ ਦਾ ਵੱਡਾ ਮੈਟਰ ਏ, ਇਹਦੇ ਚੋਂ 2 ਗੈਂਗਸਟਰ ਵੈਸਟ ਬੰਗਾਲ ਦੇ ਵਿੱਚ ਕੀਤੇ ਸੀ, ਉਹਦੇ ਚ ਜਸਪ੍ਰੀਤ ਜੱਸੀ ਦੀ ਅਸੀਂ ਕਹਿੰਦੇ ਕਸਟਡੀ 'ਚ ਇਹਨਾਂ ਨੇ ਵਕੀਲਾਂ ਨੇ ਆਰਡਰ ਕਰਵਾਤਾ ਸੀ, ਸੰਸਕਾਰ ਤੇ ਅਸੀਂ ਲੈ ਕੇ ਆਏ ਆ, ਅਸੀਂ ਛੱਡ ਕੇ ਆਏ ਆ। ਇਹ ਉਹਨਾਂ ਨੇ ਉਪਲਬਧੀ ਦੱਸੀ ਜਿਹੜਾ ਕੋਰਟ ਦਾ ਆਰਡਰ ਸੀ। ਔਰ ਉਹਦੇ ਤੋਂ ਇਲਾਵਾ ਕੀ ਕਹਿੰਦੇ ਜੀ ਕਿ ਜੈਪਾਲ ਭੁੱਲਰ ਦੀ ਹਜੇ ਤੱਕ ਡੈੱਡ ਬੋਡੀ ਸਟਿਲ ਉਹਦੇ ਘਰ 'ਚ ਪਈ ਹੈ। ਇਹ ਡੀਏ ਸਾਹਿਬ ਦੀ ਸੈਸ਼ਨ ਕੋਰਟ ਨੂੰ ਦੱਸ ਰਹੇ ਨੇ ਵੀ ਉਹਦੀ ਹਜੇ ਤੱਕ ਡੈੱਡ ਬੋਡੀ ਉਹਦੇ ਘਰ 'ਚ ਪਈ ਹੈ, ਉਹਦਾ ਸੰਸਕਾਰ ਹਜੇ ਹੋਣਾ ਹੈ। ਉਹ ਕਹਿੰਦੇ ਜੀ ਜੇਕਰ ਇਹ ਲੜਕੀ ਬਾਹਰ ਆਉਂਦੀ ਹੈ, ਦੂਸਰੇ ਗੈਂਗਸਟਰ ਦੀ ਵਾਈਫ ਜੇਕਰ ਬਾਹਰ ਹੁੰਦੀ ਹੈ, ਤਾਂ ਬਾਹਰ ਆ ਕੇ ਕਹਿੰਦੇ ਵੀ ਬੜੇ ਚਾਂਸਿਸ ਨੇ, ਹਜੇ ਮਾਹੌਲ ਬੜਾ ਖਰਾਬ ਹੈ, ਹੋ ਸਕਦਾ ਕੋਈ ਟੈਂਪਰਿੰਗ ਕਰੇ, ਹੋ ਸਕਦਾ ਕੁਛ ਨਾ ਕੁਛ ਮਾਹੌਲ ਖਰਾਬ ਹੋਵੇ। ਸੋ ਅਖੀਰ 'ਚ ਆ ਕੇ ਜਿਹੜਾ ਮੈਨੂੰ ਇੱਕ ਲੱਗਿਆ ਵੀ ਜਿਹੜਾ ਇਨੀਸ਼ੀਅਲੀ ਡੀਏ ਸਾਹਿਬ ਨੇ ਕਿਹਾ ਜੀ FIR ਦੇ ਉੱਪਰ ਬਹਿਸ ਕਰੋ, ਪਰ ਪਿੱਛੋਂ ਆ ਕੇ ਮਤਲਬ ਤੁਸੀਂ ਕਹ ਲਓ ਵੀ ਇੱਕ ਆਊਟ ਆਫ ਦੀ ਜਿਹੜਾ ਕਿ ਇਸ ਕੇਸ ਦਾ ਸਾਡੀ FIR ਦੇ ਨਾਲ ਕੋਈ ਵੈਸੇ ਕੋਈ ਤਾਲੁਕਾਤ ਨਹੀਂ ਸੀ, ਪਰ ਉਹਨਾਂ ਨੇ ਇਸ ਕਰਕੇ ਵੀ ਇਹਦੀ ਬੇਲ ਐਪਲੀਕੇਸ਼ਨ ਕਿਸੇ ਤਰੀਕੇ ਰਿਜੈਕਟ ਕਰਾਣੀ ਹੈ, ਸਿਰਫ ਇੱਕ ਡਰਾਉਣ ਵਾਲੀ ਗੱਲ। ਸੋ ਉਹਦਾ ਵੀ ਅਸੀਂ ਇਹ ਗੱਲ ਅਸੀਂ ਥਾਰੋਲੀ ਅਸੀਂ ਉੱਥੇ ਵਨੀਤ ਜੀ ਅਸੀਂ ਦੱਸਿਆ ਕਿ ਇਹ ਇਨੋਸੈਂਟ ਲੜਕੀ ਹੈ। ਦੇਖੋ ਮੈਨੂੰ ਇੱਕ ਚੀਜ਼ ਵਨੀਤ ਜੀ ਸਮਝ ਨਹੀਂ ਆਉਂਦੀ, ਮੈਂ ਇਸ ਚੀਜ਼ ਨਾਲ ਵਾਈਂਡ ਅਪ ਕਰਾਂਗਾ। ਨੰਬਰ ਆਫ ਆਨਰੇਬਲ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਗਾਈਡਲਾਈਨਸ ਆਉਂਦੀਆਂ ਨੇ, DK ਬਾਸੂ ਦੀਆਂ ਗਾਈਡਲਾਈਨਸ ਨੇ, 3rd ਡਿਗਰੀ ਟੌਰਚਰ ਤੇ ਵੀ ਨੇ, ਤੁਹਾਨੂੰ ਪਤਾ ਹੀ ਪਿੱਛੇ ਜੈਲੀ ਮਾਂਗੜ ਦਾ ਵੀ ਕੇਸ ਕਿੰਨਾ ਫੇਮਸ ਕੇਸ ਹੋਇਆ ਜੀ। ਸੋ ਉਹਦੇ ਤੇ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਐਗਜ਼ੀਕਿਊਸ਼ਨਸ ਨੇ 15 ਤੋਂ 19 ਤੁਸੀਂ 24 ਘੰਟਿਆਂ ਦੇ ਵਿੱਚ ਵਨੀਤ ਜੀ ਆਪਾਂ ਪੇਸ਼ ਕਰਨਾ ਹੈ ਕਿਸੇ ਵੀ ਡਿਊਟੀ ਮੈਜਿਸਟ੍ਰੇਟ ਦੇ, ਜੇਕਰ ਉਹਦੇ ਅਗੇਂਸਟ ਕੁਝ ਨਹੀਂ ਸੀ ਮਿਲਿਆ ਤਾਂ ਉਹਨੂੰ ਜਿਹੜੀ ਉਹ 4 ਵਜੇ ਦੀ, ਅੱਜ ਉਹ 4 ਵਜੇ ਨੇ, ਮਾਤਾ ਜੀ ਇੱਥੇ ਬੈਠੇ ਨੇ ਜਿਹੜੇ ਕਹਿ ਕੇ ਗਏ ਸੀ ਵੀ 4 ਵਜੇ ਨੂੰ ਬੇਟੀ ਥੋੜੀ ਘਰ ਆ ਜਾਏਗੀ। ਸੋ ਜੇਕਰ ਨਹੀਂ ਸੀ ਕੁਝ ਉਹਦੇ ਅਗੇਂਸਟ ਮਿਲਿਆ ਤਾਂ ਉਹਨੂੰ ਉਹਦੇ ਘਰ ਐਟਲੀਸਟ ਪਹੁੰਚਾਉਣਾ ਚਾਹੀਦਾ ਸੀ। ਮੈਂ ਇਹ ਗੱਲ ਕਹਿਣਾ ਕਿ ਜਿਹੜੇ ਐਡੇ ਰਿਸਪੌਂਸੀਬਲ ਬਿਊਰੋਕਰੇਟਸ ਉੱਪਰੋਂ DGP ਸਾਹਿਬ ਹੋਮ ਸੈਕਟਰੀ ਤੋਂ ਲੈ ਕੇ ਥੱਲੇ ਤੱਕ ਨੇ, ਕਿਉਂ ਦੇਖੋ ਜਦੋਂ ਲਾਅ ਬਣਿਆ ਤਾਂ ਲਾਅ ਦੇ ਵਿੱਚ ਇਹ ਆ ਵੀ ਲਾਅ ਅਬਾਈਡਿੰਗ ਸਿਟੀਜ਼ਨ, ਸਾਡੇ ਸਾਰੇ ਅਸੀਂ ਲਾਅ ਅਬਾਈਡਿੰਗ ਸਿਟੀਜ਼ਨ ਆ, ਤਾਂ ਉਹਦੇ 'ਚ ਜਿਹੜੇ ਬਿਊਰੋਕਰੇਟਸ ਨੇ ਜਿਹੜੇ ਰਿਸਪੌਂਸੀਬਲ ਚੇਅਰਸ ਤੇ ਬੈਠੇ ਨੇ ਉਹ ਸਾਡੇ ਨਾਲੋਂ ਵੀ ਵੱਧ ਰਿਸਪੌਂਸੀਬਲ ਮੇਰੇ ਹਿਸਾਬ ਨਾਲ ਚਾਹੀਦੇ ਨੇ, ਤੇ ਵੱਧ ਚਾਹੀਦੇ ਨੇ ਵੀ ਉਹ ਜਿਹੜਾ ਕਾਨੂੰਨ ਹੈ ਉਹਨੂੰ ਉਹ ਮੰਨਣ, ਇੰਪਲੀਮੈਂਟੇਸ਼ਨ ਉਹਦੀ ਵੱਧ ਕਰਨ। ਇੱਕ ਵੱਡਾ ਮਸਲਾ ਹੈ, ਇੱਕ ਵੱਡਾ ਮਸਲਾ ਆਨੇ ਤੁਹਾਡੇ ਕੋਲ ਮਾਤਾ ਜੀ ਬੇਲ ਹੋ ਗਈ ਤੁਹਾਡੀ ਕੁੜੀ ਦੀ ਹੁਣ, ਲੇਕਿਨ ਸੰਸਕਾਰ ਤੇ ਵੀ ਆਈ, ਤੁਹਾਡੇ ਨਾਲ ਗੱਲ ਵੀ ਹੋਈ, ਉਸ ਤੋਂ ਬਾਅਦ ਤੁਸੀਂ ਵੀ ਜੇਲ੍ਹ ਦੇ ਵਿੱਚ ਮਿਲੇ ਔਰ ਦਬਾਅ ਦੀ ਗੱਲ ਆ ਰਹੀ ਹੈ, ਪੁਲਿਸ ਅਧਿਕਾਰੀ ਤੁਹਾਡੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਰਿਟ ਨਾ ਪਾਈ ਜਾਏ। ਕਿਸ ਤਰ੍ਹਾਂ ਦਾ ਦਬਾਅ ਹੈ, ਕਿਸਨੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਕਿਆ ਸਾਹਮਣੇ ਲੈਣਾ ਚਾਹੋਗੇ? ਨਹੀਂ ਜੀ, ਮੈਂ ਇਹਦੇ ਬਾਰੇ ਕੁਝ ਨਹੀਂ ਕਹੂੰਗੀ, ਪਰ ਰਿਟ ਅਸੀਂ ਜ਼ਰੂਰ ਪਾਵਾਂਗੇ ਹੁਣ, ਕਿਉਂਕਿ ਹੁਣ ਬੱਚੀ ਦੀ ਬੇਲ ਹੋ ਗਈ ਆ। ਮੈਂ ਬਹੁਤ ਵਕੀਲ ਸਾਹਿਬ ਜੀ ਦਾ ਤੇ ਜੱਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀ ਮਿਹਨਤ ਦੇ ਸਦਕਾ ਸਾਨੂੰ ਅੱਜ ਇਹ ਚੀਜ਼ ਮਿਲੀ। ਮਾਤਾ ਜੀ ਕਿਆ ਪੁਲਿਸ ਕਰਮੀ ਸੀ ਜਿਹੜੇ ਦਬਾਅ ਬਣਾ ਰਹੇ ਸੀ? ਹਾਂਜੀ। ਕੀ ਕਹਿੰਦੇ ਸੀ ਤੁਹਾਨੂੰ, ਕੀ ਕਹਿੰਦੇ ਸੀ? ਨਾ ਦਿਓ ਤੁਸੀਂ ਉਸ ਅਫਸਰ ਦਾ, ਭਾਵੇਂ ਕਹਿ ਰਹੇ ਸੀ ਵੀ ਕੋਈ ਗੱਲ ਨਹੀਂ, ਤੁਸੀਂ ਰਿਟ ਨਾ ਪਾਇਓ, ਅਸੀਂ ਆਪੇ ਹੀ ਇਹ ਸਾਰੀ ਕਲੀਅਰ ਕੱਟ ਕਰ ਦੇਣੀ ਆ। ਕਲੀਅਰ ਕੱਟ ਕਰ ਦੇਣੀ ਹੈ, ਯਾਨੀ ਪਰਚਾ ਖਤਮ ਕਰ ਦੇਣਾ, ਕੁੜੀ ਨੂੰ ਬਾਹਰ ਕਢਾ ਦੇਾਂਗੇ। ਹਾਂਜੀ ਹਾਂਜੀ, ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਸੀ। ਹਾਂਜੀ। ਕੁੜੀ ਕੀ ਕਹਿੰਦੀ ਹੈ? ਮੇਰੀ ਅਜੇ ਉਹਦੇ ਨਾਲ ਗੱਲ ਨਹੀਂ ਹੋਈ, ਉਸ ਦਿਨ ਵੀ ਆਈ ਸੀ ਸੰਸਕਾਰ ਤੇ ਕੋਈ ਗੱਲ ਨਹੀਂ ਹੋਈ, ਰੋਈ ਰਹੀ ਸੀ ਬਸ। ਟੌਰਚਰ ਹੋਇਆ? ਹਾਂਜੀ, ਟੌਰਚਰ ਹੋਇਆ। ਕਿਸ ਤਰ੍ਹਾਂ ਦਾ ਟੌਰਚਰ ਸੀ?
ਕੰਨਾਂ 'ਚ ਕਰੰਟ ਲਾਏ ਉਹਦੇ, ਹੂੰ। ਕੁੱਟਮਾਰ ਵੀ ਕੀਤੀ, ਹੂੰ। ਬਾਕੀ ਬਹੁਤ ਗੰਦੀ ਸ਼ਬਦਾਵਲੀ ਵਰਤੀ। ਜੱਸੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਫੇਕ ਐਨਕਾਊਂਟਰ ਵੀ ਹੋ ਸਕਦਾ ਹੈ ਗੈਂਗਸਟਰ ਦਾ ਜਿਹੜਾ ਹੋਇਆ ਹੈ, ਲੱਗਦਾ ਤੁਹਾਨੂੰ ਵੀ, ਕਿਉਂਕਿ ਤੁਸੀਂ ਸੰਸਕਾਰ ਵੇਲੇ ਉੱਥੇ ਹੀ ਮੌਜੂਦ ਸੀ, ਕਿ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ? ਜੀ ਹੁਣ ਹਰ ਕੋਈ ਕਹਿੰਦਾ ਵੀ ਫੇਕ ਐਨਕਾਊਂਟਰ ਆ, ਫੇਕ ਐਨਕਾਊਂਟਰ ਹੈ ਵੀ ਆ, ਹੂੰ। ਜਦ ਕਿ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਉਹ ਉਹਨਾਂ ਨੂੰ ਜੇ ਗ੍ਰਿਫਤਾਰ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਸੀ। ਹੂੰ। ਹਾਂਜੀ। ਲੇਕਿਨ ਕਹਿੰਦੇ ਗ੍ਰਿਫਤਾਰ ਹੋਣਾ ਹੁੰਦਾ ਤੇ ਇਹ ਦੋਨੋਂ ਜਿਹੜੇ ਨੇ ਭੱਜ ਕੇ ਕਲਕੱਤਾ ਨਾ ਜਾਂਦੇ, ਖੁਦ ਹੀ ਪੁਲਿਸ ਨੂੰ ਸਰੈਂਡਰ ਕਰ ਦਿੰਦੇ, ਆਪਣੇ ਗੁਨਾਹ ਮੰਨ ਲੈਂਦੇ ਤੇ ਉਹਨਾਂ ਦੀ ਸਜ਼ਾ ਜਿਹੜੀ ਹੈ ਭੁਗਤ ਲੈਂਦੇ। ਲੇਕਿਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੀ ਕਹਾਣੀ ਪੁਲਿਸ ਖੁਦ ਦੱਸਦੀ ਹੋਈ ਨਜ਼ਰ ਆ ਰਹੀ ਹੈ। ਇਹ ਤਾਂ ਜੀ ਹੁਣ ਗੱਲਾਂ ਜੋ ਮਰਜ਼ੀ ਕਹੀ ਜਾਓ, ਕੋਈ ਕਹੀ ਜਾਵੇ, ਉਹਨਾਂ ਦੀ ਮਾੜੀ ਕਿਸਮਤ ਸੀ, ਹੂੰ। ਬਸ ਉਹ ਬਚੇ ਨਹੀਂ ਹੁਣ। ਬਿਲਕੁਲ ਮਾੜੀ ਕਿਸਮਤ ਸੀ, ਉਹ ਨਹੀਂ ਬਚੇ। ਲੇਕਿਨ ਇਸ ਪੂਰੇ ਐਨਕਾਊਂਟਰ ਤੇ ਹੁਣ ਗੱਲ ਕਰ ਲੈਂਦੇ, ਜਿਸ ਤਰ੍ਹਾਂ ਨਾਲ ਜੈਪਾਲ ਭੁੱਲਰ ਦੇ ਪਿਤਾ ਜੀ ਜਿਹੜੇ ਨੇ ਉਹ ਅੱਜ ਹਾਈ ਕੋਰਟ ਵੀ ਆਉਂਦੇ ਨੇ, ਪਟੀਸ਼ਨ ਫਾਈਲ ਕਰਦੇ ਨੇ ਕਿ ਦੁਬਾਰਾ ਤੋਂ ਇਸ ਦਾ ਪੰਜਾਬ ਦੇ ਵਿੱਚ ਜਿਹੜਾ ਪੋਸਟਮਾਰਟਮ ਕਰਾਇਆ ਜਾਏ, ਤਾਂ ਕਿ ਇਸ ਗੱਲ ਦਾ ਤੇ ਪਤਾ ਲੱਗੇ ਕਿ ਕਿਆ ਵਾਕਿਆ ਹੀ ਐਨਕਾਊਂਟਰ ਹੋਇਆ ਜਾਂ ਫਿਰ ਨਹੀਂ ਹੋਇਆ। ਕਿਉਂਕਿ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੋਡੀ ਦੇ ਉੱਪਰ ਕਈ ਜਗ੍ਹਾ ਚੋਟ ਦੇ ਨਿਸ਼ਾਨ ਨੇ। ਉਹ ਇਹ ਕਹਿ ਰਹੇ ਨੇ ਕਿ ਫ੍ਰੈਕਚਰ ਹੋ ਸਕਦੇ ਨੇ। ਮੰਨਦੇ ਹੋ ਕਿ ਫੇਕ ਐਨਕਾਊਂਟਰ ਦੀ ਕਹਾਣੀ ਹੋ ਸਕਦੀ ਹੈ ਇਸ ਪੂਰੇ ਮਾਮਲੇ 'ਚ? ਦੇਖੋ, ਮੈਂ ਵਨੀਤ ਜੀ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਅੱਜ ਕਲੀਅਰ ਕਰੂੰਗਾ ਬਈ, ਧੰਨ ਜਿਗਰ ਹੈ ਇਸ ਮਾਂ ਦਾ ਜਿਹਦੀ ਜਵਾਨ ਧੀ 25 ਸਾਲ ਦੀ ਤੁਸੀਂ 12:30 ਵਜੇ ਅਰੈਸਟ ਕੀਤੀ ਤੇ 4 ਵਜੇ ਉਹ ਕਹਿ ਕੇ ਵੀ ਸਵੇਰੇ 4 ਵਜੇ ਛੱਡ ਦਾਂਗੇ। ਉਹ ਜਿਗਰਾ ਉਹ ਇਹ ਮਾਂ ਹੀ ਜਾਣਦੀ ਏ। ਸਾਡੇ ਕੋਲੇ 2-4 ਵਾਰੀ ਆਏ, ਗੱਲ ਕਰਦੇ ਕਰਦੇ ਰੋਂਦੇ ਸੀਗੇ। ਤਾਂ ਮੈਂ ਇਹ ਗੱਲ ਕਰਦਾ ਵੀ ਆਪਾਂ ਸਾਰੇ ਧੀਆਂ ਵਾਲੇ ਆ, ਧੀਆਂ ਭੈਣਾਂ ਵਾਲੇ ਆ ਸਾਰੇ ਪੰਜਾਬ ਦੇ ਵਿੱਚ। ਆਪਾਂ ਇਦਾਂ ਤੁਸੀਂ ਇਹ ਦੇਖੋ ਵੀ ਇਹਦੇ ਤੇ 25-26 ਦਿਨ ਸਾਡੇ ਜਿਹੜੇ ਭੈਣ ਜੀ ਨੇ, ਉਹਦੇ ਮਦਰ ਨੇ, ਉਹਨਾਂ ਤੇ ਕੀ ਬੀਤੀ। ਇਹ ਕਹਿੰਦੇ ਰਾਤ ਨੂੰ ਮੈਂ ਸਿਰਫ ਪਾਠ ਕਰਦੀ ਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਉਹਦਾ ਫਾਦਰ ਨਹੀਂ ਕਦੀ ਆਇਆ? ਕਹਿੰਦੇ ਵੀਰ ਜੀ ਉਹ ਪੁਲਿਸ ਤੋਂ ਇੰਨਾ ਡਰਦਾ ਹੈ, ਉਹਨੂੰ ਪਿੰਡ ਦੇ ਵਿੱਚ ਵੀ ਇੰਨਾ ਡਰ ਲੱਗਦਾ ਰਹਿੰਦਿਆਂ ਵੀ ਉਹ ਕਮਲਿਆਂ ਵਾਂਗੂ ਸਾਰਾ ਦਿਨ ਸਾਈਕਲ ਤੇ ਕਦੀ ਮੋਟਰ ਤੇ ਕਦੀ ਘਰ ਤੇ ਕਦੀ ਘਰ ਤੋਂ ਕਦੀ ਮੋਟਰ ਤੇ। ਦਾ ਫਾਦਰ ਲਵਪ੍ਰੀਤ ਦਾ ਉਸ ਦਿਨ ਦਾ ਕਹਿੰਦੇ ਉਹਨੇ ਰੋਟੀ ਦੀ 2 ਗਰਾਈਆਂ ਨਹੀਂ ਉਹਦੇ ਅੰਦਰ ਨਿਕਲਦੀਆਂ। ਇਹ ਪੇਰੈਂਟਸ ਦਾ ਹਾਲ ਹੈ। ਇਹਦਾ ਮਤਲਬ ਇਹ ਨਹੀਂ ਜੇ ਉਹਦਾ ਫਾਦਰ ਅੱਜ ਇੱਥੇ ਆਇਆ ਨਹੀਂ ਤਾਂ ਉਹ ਹਰ ਵੇਲੇ ਕਹਿੰਦੇ ਟੈਨਸ਼ਨ ਦੇ ਵਿੱਚ ਮਰਦਾ ਹੈ। ਨੰਬਰ 2 ਹੁਣ ਆਪਾਂ ਆਈਏ ਭਾਜੀ ਇਨਕਾਊਂਟਰ ਤੇ। ਵਿਨਿਤ ਜੀ, ਮੇਰਾ ਫਰਜ਼ ਬਣਦਾ ਹੈ ਆਪਾਂ ਉਹਦੇ ਤੇ ਵੀ 2 ਸ਼ਬਦ ਜ਼ਰੂਰ ਕਰਕੇ ਜਾਈਏ। ਦੇਖੋ, ਜੈਪਾਲ ਭੁੱਲਰ ਦਾ ਕੀ ਕ੍ਰਿਮੀਨਲ ਹਿਸਟਰੀ ਸੀ, ਮੈਂ ਉਹਦੇ ਬਾਰੇ ਕਿੰਤੂ ਪਰੰਤੂ ਨਹੀਂ ਕਰਨਾ। ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜਾ ਇਨਕਾਊਂਟਰ ਹੈ, ਜੋ ਵੀ ਉੱਥੇ ਹੋਇਆ, ਜੇ ਇਹਨਾਂ ਦੀ ਗੱਲ ਨੂੰ ਆਪਾਂ ਮੰਨ ਵੀ ਲੈਂਦੇ ਆ, ਪਰ ਸਰ ਜੇ ਉਹਦੇ ਪੇਰੈਂਟਸ ਨੇ, ਦੇਖੋ ਹੱਕ ਬਣਦਾ ਹੈ, ਤੁਸੀਂ ਉਹਨਾਂ ਨੂੰ ਡੈੱਡ ਬੋਡੀ ਸੌਂਪਤੀ। ਹੁਣ ਉਹਨਾਂ ਨੇ ਦੇਖਿਆ ਵੀ ਉਹਦੇ ਸੱਟਾਂ ਵੱਜੀਆਂ ਨੇ। ਤੁਸੀਂ ਇੱਕ ਗੱਲ ਦੇਖ ਲਓ ਵਨੀਤ ਜੀ, ਜੇ ਜੈਪਾਲ ਭੁੱਲਰ ਦਾ ਪੋਸਟਮਾਰਟਮ ਹੁੰਦਾ ਹੈ ਤਾਂ ਉਸ ਪੋਸਟਮਾਰਟਮ ਦੇ ਵਿੱਚ ਜੇਕਰ ਫ੍ਰੈਕਚਰ ਆਉਂਦੇ ਨੇ ਤਾਂ ਤੁਸੀਂ 100% ਸਰ ਇਹ ਫੇਕ ਇਨਕਾਊਂਟਰ ਕਲੀਅਰ ਹੋ ਗਿਆ। ਹੁਣ ਮੈਂ ਇੱਕ ਗੱਲ ਕਰਦਾ ਵੀ ਜੇ ਪੇਰੈਂਟਸ ਦੀ, ਦੇਖੋ ਉਸ ਪੇਰੈਂਟਸ ਦੀ ਧੰਨ ਜਿਗਰਾ, ਉਸ ਪੇਰੈਂਟਸ ਦਾ ਜਿਨ੍ਹਾਂ ਦਾ ਜਵਾਨ ਪੁੱਤ ਪਿਛਲੇ 4 ਦਿਨ ਤੋਂ ਘਰੇ ਆਇਆ। ਪਹਿਲਾਂ ਮੇਰੇ ਖਿਆਲ 'ਚ 2-3 ਦਿਨ ਉੱਥੇ ਲਾਸ਼ ਨਹੀਂ ਮਿਲੀ, ਹੁਣ 4 ਦਿਨ ਦਾ ਇੱਥੇ ਹੈ। 7 ਦਿਨ ਤੁਸੀਂ ਆਪਣੇ ਤੇ ਲਾ ਕੇ ਦੇਖੋ ਵੀ ਘਰੇ ਆਪਣੇ ਜੀ, ਦੇਖੋ ਆਪਣੇ ਦਿਲ ਤੇ ਲਾ ਕੇ ਦੇਖੋ। ਮੈਂ ਜੋ ਉਹਨੇ ਕੀਤਾ ਉਹਦੇ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਉਹ ਇੱਕ ਸੈਪਰੇਟ ਇਸ਼ੂ ਹੈ। ਮੈਂ ਪੇਰੈਂਟਸ ਦੀ ਗੱਲ ਕਰਦਾ ਵੀ ਉਹ ਵਿਚਾਰਿਆਂ ਦੀ ਮੰਗ ਕੀ ਹੈ। ਮੰਗ ਸਿਰਫ ਇੱਕੋ ਹੈ ਵੀ ਦੇਖੋ ਉਹਨੇ ਜੀਣਾ ਨਹੀਂ, ਹੁਣ ਮਿੱਟੀ ਹੋ ਚੁੱਕਿਆ ਹੈ। ਇਹ ਯੂਨੀਵਰਸਲ ਲੀਗਲੀ ਰਾਈਟ ਬਣਦਾ ਉਹਨਾਂ ਦਾ। ਦੇਖੋ, ਮੈਂ ਇਹ ਗੱਲ ਕਰਦਾ, ਜਦੋਂ ਤੁਸੀਂ ਉਹਨਾਂ ਦੀ ਡੈੱਡ ਬੋਡੀ ਜਿਹੜੀ ਸੌਂਪਤੀ, ਦੇਖੋ ਸਾਡੇ ਜੱਜਿਸ ਨੇ ਸੋ ਮੋਟੋ ਤੁਸੀਂ ਕਹਿ ਸਕਦੇ ਹੋ, ਐਕਸਟਰਾ ਸਾਡੇ ਕੋਲ ਜੁਰਿਸਡਿਕਸ਼ਨ ਹੈ ਹਾਈ ਕੋਰਟ ਕੋਲ, ਉਹ ਸਿਰਫ ਉਹਨਾਂ ਦੀ ਸੈਟੀਸਫੈਕਸ਼ਨ ਲਈ ਜੇਕਰ ਬੋਰਡ ਹੋ ਜਾਂਦਾ ਹੈ। ਦੇਖੋ ਇੱਕ ਵਾਰੀ ਸਾਡੇ ਕੇਸਿਸ ਅਸੀਂ ਕੀ ਦੇਖਦੇ ਹਾਂ, ਸਮ ਟਾਈਮ ਕੀ ਹੁੰਦਾ ਵੀ ਇੱਕ ਪੋਸਟਮਾਰਟਮ ਹੋਇਆ, ਨਹੀਂ ਸੈਟੀਸਫਾਈ ਫੈਮਿਲੀ ਹੋਈ ਤਾਂ ਸੈਕੰਡ ਅਸੀਂ ਕਹਿ ਦਿੰਦੇ ਜੀ ਬੋਰਡ ਆਫ ਡਾਕਟਰਸ ਤੋਂ ਕਰਵਾ ਲਓ। ਸੋ ਫॉर ਦੀ ਸੈਟੀਸਫੈਕਸ਼ਨ ਆਫ ਦੀ ਪੇਰੈਂਟਸ, ਉਹਨਾਂ ਦੀ ਇੱਕ ਜਿਹੜੀ ਵਿਸ਼ ਹੈ, ਜੇਕਰ ਉਹ ਆ ਜਾਏਗੀ ਤਾਂ ਇਸ ਦੇ ਵਿੱਚ ਡਰ ਕੀ ਹੈ? ਡਰ ਸਿਰਫ ਇਸ ਗੱਲ ਦਾ ਹੈ ਵੀ ਜੇਕਰ ਫ੍ਰੈਕਚਰ ਆ ਗਏ ਤਾਂ ਜੇਕਰ ਕੋਈ ਚੀਜ਼ ਆ ਗਈ ਉਹ ਕੰਟਰਾਡਿਕਟ ਕਰੂਗੀ ਕਲਕੱਤਾ ਵਾਲੇ ਐਪੀਸੋਡ ਨੂੰ ਜਿਹੜਾ ਇਨਕਾਊਂਟਰ 'ਚ ਹੈ। ਸੋ ਮੈਨੂੰ ਜੋ ਸਿਨੈਰੀਓ ਸਮਝ ਲੱਗ ਰਿਹਾ ਹੈ, ਜਾਂ ਉਹਦੇ ਫਾਦਰ ਦੀ ਮੈਂ ਸਟੇਟਮੈਂਟ ਦੇਖੀ ਜਾਂ ਅਸੀਂ ਸੁਣੀ ਹੈ, ਉਹਦੇ ਤੋਂ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਫਾਦਰ ਵੀ ਪੁਲਿਸ ਮੁਲਾਜ਼ਮ ਹੈ। ਹਾਂਜੀ, ਦੇयर इज सम हैंकी पैंकी सर। ਮੈਂ ਇੱਥੇ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵਨੀਤ ਜੀ ਕਿ ਦੇਖੋ, ਇੱਕ ਕੋਈ ਵੀ ਭਾਵੇਂ ਅਕਿਊਜ਼ਡ ਹੈ, ਉਹ ਭਾਵੇਂ ਜਸਪ੍ਰੀਤ ਜੱਸੀ ਹੈ, ਭਾਵੇਂ ਉਹ ਦੂਸਰਾ ਆਪਾਂ ਜੈਪਾਲ ਭੁੱਲਰ ਕਹੀਏ, ਮੈਨੂੰ ਇਹ ਲੱਗਦਾ ਹੈ ਵਨੀਤ ਜੀ ਵੀ ਜਿਹੜੇ ਇਹ ਭਾਵੇਂ ਗੈਂਗਸਟਰ ਕਹੀਏ, ਵੇਖੋ ਗੈਂਗਸਟਰ ਕੋਈ ਉੱਪਰੋਂ ਅਸਮਾਨੋਂ ਨਹੀਂ ਉਤਰੇ, ਇਹ ਆਪਣੇ ਘਰਾਂ ਚੋਂ ਹੀ ਬੱਚੇ ਨੇ। ਉਹ ਕੋਈ ਸਮਝ ਲਓ ਵੀ ਕਿਸੇ ਦੀ ਸੁਸਾਇਟੀ ਮਾੜੀ ਉਹ ਬਣ ਗਿਆ। ਮੈਨੂੰ ਇਹ ਲੱਗਦਾ ਹੈ ਵੀ ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਆਪਣੇ ਪੰਜਾਬ 'ਚ,
ਜਿਵੇਂ ਤੁਸੀਂ ਕਹ ਲਓ ਵਿੱਕੀ ਕਾਊਂਟਰ ਦਾ, ਮੈਂ ਅੱਗੇ ਵੀ ਕਹਿ ਕੇ ਬੈਠਾ ਵੀ ਜਿਵੇਂ ਸਟੇਟ ਆਫ ਪੰਜਾਬ ਦੀ ਜਿਹੜੀ ਇੱਕ ਆਪਾਂ ਘੇਰਾ ਕਹਿ ਲਈਏ, ਬਾਉਂਡਰੀ ਕਹਿ ਲਈਏ, ਉਹਦੇ ਤੋਂ ਪਾਰ ਜਾ ਕੇ ਕਿਸੇ ਵੀ, ਭਾਵੇਂ ਉਹਦਾ ਰਾਜਸਥਾਨ ਜਾ ਕੇ ਹੋਇਆ ਸੀ। ਸੋ ਇਹ ਮੈਂ ਇਹ ਸੋਚਦਾ ਵੀ ਉਹਦੇ 'ਚ ਕਾਫੀ ਰਾਈਟਸ ਪੇਰੈਂਟਸ ਦੇ, ਜਿਨ੍ਹਾਂ ਨੇ ਕੋਈ ਕੇਸ ਆਪਣੀ ਆਨਰੇਬਲ ਹਾਈ ਕੋਰਟ 'ਚ ਖੜਾ ਕਰਨਾ ਹੈ, ਉਹਨਾਂ ਦੇ ਰਾਈਟਸ ਇਸ ਚੀਜ਼ ਨਾਲ ਇਨਫ੍ਰਿੰਜ ਹੋ ਜਾਂਦੇ ਨੇ, ਕਿਉਂਕਿ ਜਿਹੜਾ ਕੋਜ਼ ਆਫ ਐਕਸ਼ਨ ਸ਼ੋ ਹੋ ਜਾਂਦਾ ਆਊਟਸਾਈਡ ਆਫ ਦੀ ਸਟੇਟ ਕਹ ਲਓ, ਜਿਵੇਂ ਹੁਣ ਵੈਸਟ ਬੰਗਾਲ 'ਚ ਹੋਇਆ। ਸੋ ਮੈਂ ਇੱਕ ਚੀਜ਼ ਜ਼ਰੂਰ ਮੈਂ ਸੋਚਦਾ ਵੀ ਮੈਂ ਇਸ ਚੀਜ਼ ਦੇ ਉੱਪਰ ਬਿਲਕੁਲ ਨਹੀਂ ਜਾਣਾ ਵੀ ਇਹ ਐਨਕਾਊਂਟਰ ਫੇਕ ਹੈ, ਕੀ ਉੱਥੇ ਮੌਕੇ ਦੇ ਉੱਪਰ ਰਿਟੈਲੀਏਸ਼ਨ ਹੋਈ, ਜਾਂ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਇੰਟੈਰੋਗੇਸ਼ਨ ਕੀਤਾ, ਤਸੱਦਦ ਢਾਇਆ, ਜਾਂ ਉੱਥੇ ਜਾ ਕੇ ਮੌਕੇ ਤੇ ਬਿਠਾ ਕੇ ਇਹਨਾਂ ਨੇ ਜਾ ਕੇ ਗੋਲੀਆਂ ਮਾਰਤੀਆਂ, ਜਾਂ ਕੁਝ ਵੀ ਕਰਤਾ। ਮੈਂ ਉਸ ਗੱਲ ਤੇ ਨਹੀਂ ਜਾਣਾ, ਪਰ ਮੈਂ ਗੱਲ ਕਹਿਣਾ ਕਿ ਸਾਡੇ ਜਿਹੜਾ ਅਸੀਂ ਕਾਨੂੰਨ ਪੜ੍ਹਿਆ ਨਾ, ਉਹਦੇ 'ਚ ਟਾਰਗੇਟ ਕਿਲਿੰਗ ਇੱਕ ਵਰਡ ਯੂਜ਼ ਕੀਤਾ ਗਿਆ ਹੈ। ਉਹਦੇ 'ਚ ਕੀ ਹੈ ਕਿ ਜਦੋਂ ਪੁਲਿਸ ਨੂੰ, ਜਿਵੇਂ ਉਹਨਾਂ ਦਾ ਨਾਮ ਰੱਖਤਾ 19 ਲੱਖ ਰੁਪਇਆ, ਮੇਰੇ ਖਿਆਲ ਉਹਨਾਂ ਨੇ ਨਾਮ ਜਿਹੜਾ ਸੀ ਉਹ ਮੈਂ ਵੀ ਪੜ੍ਹਿਆ, ਹੁਣ ਉੱਥੇ ਆ ਕੇ ਇੱਕ ਟਾਰਗੇਟ ਕਿਲਿੰਗ, ਇਹ ਮੈਂ IPC CRPC ਦਾ ਪ੍ਰੋਵੀਜ਼ਨ ਤੁਹਾਨੂੰ ਦੱਸ ਰਿਹਾ, ਉਹ ਕੀ ਇਹ ਫਿਕਸ ਕਰ ਲਿਆ ਵੀ ਯਾਰ ਵੀ ਇਹਨਾਂ ਬੰਦਿਆਂ ਨੂੰ ਜਿਉਂਦੇ ਜਾਂ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਥੇ ਸਟੇਟ ਆਫ ਪੰਜਾਬ 'ਚ ਲਿਆਉਣਾ, ਠੀਕ ਹੈ। ਹੁਣ ਉੱਥੇ ਜਿਹੜੀ ਟਾਰਗੇਟ ਜਿਹੜੀ ਕਿਲਿੰਗ ਹੈ, ਉਹਨੂੰ ਜੇਕਰ ਤੁਸੀਂ ਮੇਰੇ ਨਾਲ ਲਾਅ ਦੀ ਟਰਮ 'ਚ ਗੱਲ ਕਰੋਗੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ, ਉਹ ਕੀ ਹੈ ਕਿ ਤੁਹਾਡੀ ਕਿਸੇ ਵੀ ਸਟੇਟ ਅਥਾਰਟੀ ਜਿਹੜੀ ਜਿਵੇਂ ਪੰਜਾਬ ਹੈ, ਉਹਦੇ 'ਚ DGP ਸਾਹਿਬ ਤੋਂ ਲੈ ਕੇ ਥੱਲੇ ਤੱਕ ਦੀ ਪੁਲਿਸ, ਉਹ ਕਿਸੇ ਵੀ ਕੋਰਟ ਤੋਂ, ਕੰਪੀਟੈਂਟ ਕੋਰਟ ਤੋਂ ਕੋਈ ਆਰਡਰ, ਜਿਹੜਾ ਆਰਡਰ ਕਹਿ ਲਓ, ਜਾਂ ਕੋਰਟ ਦੀਆਂ ਪ੍ਰੋਸੀਡਿੰਗਸ ਨੂੰ ਫਾਲੋ ਕਰਨ ਦੀ ਲੋੜ ਨਹੀਂ, ਸਿੱਧੇ ਤੌਰ ਤੇ ਮੌਕੇ ਦੇ ਉੱਪਰ ਹੀ ਜਾ ਕੇ ਟਾਰਗੇਟ ਕਿਲਿੰਗ, ਜਾਂ ਉਹਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਿਹਾ ਜਾਂਦਾ ਹੈ। ਉਹਨੂੰ ਤੁਸੀਂ ਮੌਕੇ ਤੇ ਕਹਿ ਦਿਓ ਵੀ ਨਾ ਉਹਨੂੰ ਕਿਸੇ ਕੋਰਟ 'ਚ ਪੇਸ਼ ਕਰਨ ਦੀ ਲੋੜ ਹੈ, ਨਾ ਉਹਦੇ ਤੇ ਕੋਈ ਗਵਾਹੀ ਕਰਾਉਣ ਦੀ ਲੋੜ ਹੈ, ਨਾ ਉਹਨੂੰ ਕਿਸੇ ਕੋਰਟ 'ਚ ਵਿਦ ਸਿਕਿਉਰਿਟੀ ਉਹਨੂੰ ਪੇਸ਼ ਕਰਨ ਦੀ ਲੋੜ ਹੈ। ਸੋ ਉਹਨੂੰ ਮੌਕੇ ਦੇ ਉੱਪਰ ਹੀ। ਸੋ ਮੈਂ ਇਹ ਗੱਲ ਕਹਿਣਾ ਕਿ ਬਾਲੀਵੁੱਡ ਦੇ ਵਿੱਚ ਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ, ਬਾਲੀਵੁੱਡ ਦੇ ਵਿੱਚ ਇਹ ਚੀਜ਼ਾਂ ਮੈਨੂੰ ਫਿਰਦੀਆਂ ਸੀ। ਇਨ ਦੀ ਪ੍ਰੋਸੈਸ ਆਫ ਲਾਅ, ਇਨ ਦੀ ਆਈਜ਼ ਆਫ ਲਾਅ, ਵਿਨੀਤ ਜੀ ਮੈਂ ਵਾਈਂਡ ਅਪ ਕਰਾਂਗਾ, ਇਨ ਦੀ ਆਈਜ਼ ਆਫ ਲਾਅ, ਨਾ ਇਸ ਚੀਜ਼ ਦੀ ਅੱਜ ਕੋਈ ਇਹਦੀ ਅਹਿਮੀਅਤ ਹੈ ਲੀਗਲਾਈਜ਼ਡ ਮੈਂ ਕਹਾਂਗਾ, ਔਰ ਨਾ ਇਹਦੀ ਕਦੀ ਕੱਲ ਹੋਣੀ ਹੈ, ਨਾ ਕਦੀ ਆਉਣ ਵਾਲੇ ਸਮੇਂ 'ਚ ਹੋਣੀ ਹੈ। ਕਿਉਂਕਿ ਮੈਂ ਸਮਝਦਾ ਕਿ ਕੋਈ ਵੀ ਅਕਿਊਜ਼ਡ ਹੈ, ਦੇਖੋ ਵਿਨੀਤ ਜੀ ਮੈਂ ਇੱਥੇ ਇੱਕ ਸਵਾਲ ਖੜਾ ਕਰਾਂਗਾ, ਮੰਨ ਲਓ ਇੱਕ ਮਿੰਟ ਲਈ ਇਹਨਾਂ ਨੂੰ ਵੈਸਟ ਬੰਗਾਲ ਜਾ ਕੇ ਇਹਨਾਂ ਨੂੰ ਇੱਕ ਤਰੀਕੇ ਨਾਲ ਅਰੈਸਟ ਕੀਤਾ ਜਾਂਦਾ, ਉਹਨਾਂ ਦੇ ਕੋਲ ਜੋ ਵੀ ਉਹਨਾਂ ਦੇ ਕੋਲ ਕੋਈ ਅਸਲਾ ਸੀ ਉਹਨੂੰ ਐਗਜ਼ੌਸਟ ਕਰਾਇਆ ਜਾਂਦਾ, ਹੋਰ ਵੀ ਢੰਗ ਤਰੀਕੇ ਹੋ ਸਕਦੇ ਸੀ, ਤਾਂ ਇਹ ਵੀ ਪੋਸੀਬਲ ਹੋ ਸਕਦਾ ਸੀ ਵੀ ਉਹਨਾਂ ਨੂੰ ਲਿਆ ਕੇ ਇੱਥੇ ਕੋਰਟ 'ਚ ਪੇਸ਼ ਕਰਦੇ ਔਰ ਰਿਮਾਂਡ ਮਿਲਦਾ, ਔਰ ਜਿੰਨੇ ਵੀ ਅਫੈਂਸ ਸੀ, ਹੁਣ ਮੈਂ ਕੋਰਟ ਤੋਂ ਹਟ ਕੇ ਗੱਲ ਕਰਾਂਗਾ, ਇਹ ਮੈਂ ਇਕੱਲੇ ਇਹਨਾਂ ਦੀ ਨਹੀਂ, ਮੈਂ ਓਵਰਆਲ ਗੱਲ ਕਰ ਰਿਹਾ ਕਿ ਅਕਿਊਜ਼ਡ ਜਿਹੜਾ ਵੀ ਹੈ ਉਹ ਹਮੇਸ਼ਾ ਇਨਵੈਸਟੀਗੇਸ਼ਨ ਜਿਹੜੀ ਹੈ, ਇਨਵੈਸਟੀਗੇਟਿੰਗ ਏਜੰਸੀ, ਉਹ ਭਾਵੇਂ CBI ਹੈ, ਭਾਵੇਂ ਪੰਜਾਬ ਪੁਲਿਸ ਹੈ, ਭਾਵੇਂ ਜਿਹੜੀ ਮਰਜ਼ੀ ਹੈ, ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਉਹਦੇ 'ਚ ਹਮੇਸ਼ਾ ਕੋਆਪਰੇਟ ਕਰਦਾ ਹੈ, ਕਿਉਂਕਿ ਉਹਦੀਆਂ ਡਿਸਕਲੋਜ਼ਰ ਸਟੇਟਮੈਂਟਸ ਜਿਹੜੀਆਂ ਨੇ, ਉਹ ਹੋ ਸਕਦਾ ਉਹਨਾਂ ਦੇ ਜਿਹੜਾ ਲਿੰਕ ਨੇ, ਜਿਹੜਾ ਤਾਣਾ ਬਾਣਾ ਪੰਜਾਬੀ 'ਚ ਇੱਕ ਵਰਡ ਹੈ, ਉਹਨਾਂ ਦਾ ਤਾਣਾ ਬਾਣਾ ਹੋ ਸਕਦਾ, ਲਿੰਕਸ ਕਨੈਕਸ਼ਨਸ ਕਿੱਥੋਂ ਤੱਕ ਜੁੜੇ ਹੋਣ, ਔਰ ਉਹਨਾਂ ਸਾਰੀਆਂ ਚੀਜ਼ਾਂ ਦਾ ਚੈਪਟਰ ਕਲੋਜ਼, ਮਤਲਬ ਕਿ ਵੀ ਜਿਵੇਂ ਟਾਰਗੇਟ ਕਿਲਿੰਗ, ਹੁਣ ਜਿਹੜਾ ਚੈਪਟਰ ਕਲੋਜ਼ ਹੋ ਗਿਆ, ਔਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੇ ਜ਼ਹਿਨ ਦੇ ਵਿੱਚ ਜਾਂ ਉਹਨਾਂ ਦੇ ਨਾਲ ਹੀ ਉਹ ਚੀਜ਼ਾਂ ਜਿਹੜੀਆਂ ਸੀ ਉਹ ਦਫਨ ਹੋ ਗਈਆਂ। ਬਿਲਕੁਲ ਲਾਸਟ ਮੈਂ ਇੱਕ ਸੁਜੈਸ਼ਨ ਦਿੰਦਾ ਜਾਵਾਂਗਾ ਭਾਜੀ, ਮੇਰਾ ਜ਼ਰੂਰੀ ਹੈ ਦੱਸਣਾ ਕਿਉਂਕਿ ਉਹ ਗੱਲ ਰਹਿ ਜੂਗੀ। ਜਿਹੜਾ ਸਰ ਸਾਡਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ, ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ 'ਚ ਕਿਤੇ ਵੀ ਇਹ ਪ੍ਰੋਵੀਜ਼ਨ ਨਹੀਂ ਹੈਗਾ ਵੀ ਤੁਸੀਂ ਕਿਸੇ ਦੀ ਜਾਨ ਲੈ ਲਓ। ਜਿਹੜਾ ਹੈਂਗ ਟਿਲ ਡੈਥ ਹੈ, ਜਿਹਨੂੰ ਅਸੀਂ ਫਾਂਸੀ ਬੋਲਦੇ ਹਾਂ, ਕਿਸੇ ਨੂੰ ਫਾਹ ਲਾਣਾ, ਕਿਸੇ ਦੀ ਜਾਨ ਲੈਣਾ, ਉਹਦਾ ਸਿਰਫ ਤੇ ਸਿਰਫ ਹੱਕ ਜਿਹੜਾ ਉਹ ਕੋਰਟ ਕੋਲ ਹੈ, ਮਾਣਯੋਗ ਕੋਰਟ। ਉਹਦੇ 'ਚ ਕੀ ਹੋਏਗਾ, ਪਹਿਲਾਂ ਅਕਿਊਜ਼ਡ ਫੜਿਆ ਜਾਏਗਾ, ਫਿਰ ਚਲਾਨ ਸ਼ੀਟ ਆਊਗੀ, ਫਿਰ ਚਾਰजेस ਲੱਗਣਗੇ, ਫਿਰ ਐਵੀਡੈਂਸ ਹੋਊਗਾ, ਫਿਰ ਕ੍ਰੋਸ ਹੋਊਗਾ। ਇਟ ਟੇਕਸ ਲੌਂਗ ਟਾਈਮ ਸਰ। ਇਹ 313 ਕਦੋਂ ਹੋਣਾ ਹੈ, ਕੀ ਕ੍ਰੋਸ ਐਗਜ਼ਾਮੀਨੇਸ਼ਨ ਹੋਣਾ ਹੈ, ਇੱਕ ਪ੍ਰੋਪਰ ਪ੍ਰੋਸੀਜਰ ਥੱਲੇ ਹੈ। ਇਟਸ ਨੋਟ ਲਾਈਕ ਡੈਟ ਕਿ ਤੁਸੀਂ, ਇਹਨਾਂ ਨੇ ਕੀ ਕੀਤਾ, ਔਨ ਦੀ ਸਪੋਟ ਕੈਪੀਟਲ ਪਨਿਸ਼ਮੈਂਟ ਜਿਹੜੀ CRPC ਉਹ ਛਿੱਕੇ ਟੰਗ ਤੇ, ਜੇਕਰ ਉਹ ਕੀਤਾ, ਦੇਖੋ ਇਹ ਕਈ ਕੇਸਿਸ 'ਚ ਇਹ ਹੋ ਜਾਂਦਾ ਹੈ ਕਿ ਕ੍ਰੋਸ ਫਾਇਰਿੰਗ ਹੋ ਰਹੀ ਹੈ। ਹੁਣ ਇਹਦੇ 'ਚ ਹੋ ਸਕਦਾ ਕਿਸੇ ਪੁਲਿਸ ਦਾ ਵੀ ਹਰਜਾ, ਜੇ ਤਾਂ ਦੇਖੋ ਉਹ ਫੇਕ ਹੈ ਤਾਂ ਇਹ ਬਿਲਕੁਲ ਤੁਸੀਂ ਇਹ ਕਹਿ ਲਓ ਕਿ ਟੋਟਲੀ ਅਗੇਂਸਟ ਦੀ ਜਿਹੜਾ ਪ੍ਰਿੰਸੀਪਲਸ, ਜਾਂ ਤੁਸੀਂ ਕਹਿ ਲਓ ਵੀ ਜਿਹੜਾ ਪ੍ਰੋਸੀਜਰ ਆਫ ਕੋਡ ਹੈ, ਉਹਦੇ ਵਿੱਚ ਸਿਰਫ ਜਾਨ ਲੈਣ ਦਾ ਜਿਹੜਾ ਹੱਕ ਹੈ, ਹੱਕ ਨਹੀਂ ਮੈਂ ਕਹੂੰਗਾ, ਉਹ ਸਿਰਫ ਤੇ ਸਿਰਫ ਕੋਰਟ ਦੇ ਸਕਦੀ ਹੈ, ਹੋਰ ਕਿਸੇ ਕੋਲ, ਇਨਸਾਨ ਕੋਲ। ਬਿਲਕੁਲ ਕੋਰਟ ਹੀ ਫੈਸਲਾ ਕਰਦੀ ਹੈ ਕਿ ਕਿਆ ਵਾਕਿਆ ਹੀ ਅਪਰਾਧ ਜਿਸ ਵਿਅਕਤੀ ਨੇ ਕੀਤਾ ਉਹ ਮੁਜਰਮ ਹੈ ਜਾਂ ਨਹੀਂ, ਕਿਉਂਕਿ ਉਸ ਦੇ ਵਿੱਚ ਇੱਕ ਪ੍ਰੋਪਰ ਟ੍ਰਾਇਲ ਹੁੰਦਾ ਹੈ, ਸਬੂਤਾਂ ਦੇ ਨਾਲ ਵੀ ਵੇਖਿਆ ਜਾਂਦਾ ਕਿ ਸਬੂਤ ਕੀ ਕਹਿੰਦੇ ਨੇ, ਗਵਾਹ ਕੀ ਕਹਿੰਦੇ ਨੇ। ਆ ਸਾਰਾ ਇੱਕ ਪ੍ਰੋਸੀਜਰ ਹੈ। ਹਾਲਾਂਕਿ ਹਜੇ ਐਨਕਾਊਂਟਰ ਜਿਹੜੇ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਕੋਲਕਾਤਾ ਦੇ ਵਿੱਚ ਵੀ ਇਸ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਹੈ, ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਦੇ ਵਿੱਚ ਆ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਵੇਂ ਰੰਗ ਵਿਖਾਉਂਦਾ ਹੋਇਆ ਨਜ਼ਰ ਆਊਗਾ। ਕੈਮਰਾਮੈਨ ਕਮਲ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।
ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਜਸਪ੍ਰੀਤ ਖਰੜ ਦੀ। ਜਸਪ੍ਰੀਤ ਖਰੜ ਜਿਸ ਦਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ ਸੀ ਔਰ ਉਸ ਐਨਕਾਊਂਟਰ ਤੋਂ ਬਾਅਦ ਐਨਕਾਊਂਟਰ ਤੇ ਸਵਾਲ ਚੁੱਕੇ ਗਏ। ਨਾਲੋਂ ਨਾਲ ਉਸ ਦੀ ਘਰਵਾਲੀ ਲਵਪ੍ਰੀਤ ਨੂੰ ਪੁਲਿਸ ਨੇ ਜਿਸ ਢੰਗ ਦੇ ਨਾਲ ਹਿਰਾਸਤ ਦੇ ਵਿੱਚ ਲਿੱਤਾ ਸੀ ਔਰ ਉਸ ਤੋਂ ਬਾਅਦ ਇੱਕ ਕਰਕੇ ਉਸ ਦੇ ਉੱਪਰ ਕਈ ਮਾਮਲੇ ਦਰਜ ਹੋਏ। ਧਾਰਾਵਾਂ ਜਿਹੜੀਆਂ ਨੇ ਉਹ ਮਾਮਲਿਆਂ ਦੇ ਵਿੱਚ ਕਈ ਦਰਜ ਕੀਤੀਆਂ ਨੇ, ਲੇਕਿਨ ਅੱਜ ਕੋਰਟ ਦੇ ਵਿੱਚ ਉਸ ਦੀ ਜ਼ਮਾਨਤ ਯਾਚਿਕਾ ਦੇ ਉੱਪਰ ਸੁਣਵਾਈ ਹੋਈ ਹੈ ਔਰ ਜ਼ਮਾਨਤ ਜਿਹੜੀ ਹੈ ਉਸ ਦੀ ਮਨਜ਼ੂਰ ਕਰ ਦਿੱਤੀ ਗਈ ਹੈ। ਲੇਕਿਨ ਕੋਰਟ ਦੇ ਵਿੱਚ ਕਾਨੂੰਨੀ ਪਹਿਲੂ ਕੀ ਰਹੇ, ਕਿਸ ਗਰਾਊਂਡ ਦੇ ਉੱਪਰ ਇਸ ਨੂੰ ਜ਼ਮਾਨਤ ਮਿਲੀ ਔਰ ਜਿਸ ਢੰਗ ਦੇ ਨਾਲ ਲਗਾਤਾਰ ਉਸ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਸ ਨੂੰ ਲੈ ਕੇ ਪਰਿਵਾਰ ਸਵਾਲ ਕਰ ਰਿਹਾ ਸੀ। ਉਹਨਾਂ ਨੂੰ ਲੈ ਕੇ ਘੁੰਮਣ ਬ੍ਰਦਰ ਜਿਹੜੇ ਐਡਵੋਕੇਟ ਸਾਡੇ ਨਾਲ ਨੇ, ਇਸ ਤੋਂ ਇਲਾਵਾ ਜੇਕਰ ਆਪਾਂ ਉਸ ਕੁੜੀ ਦੀ ਮਾਂ ਦੀ ਗੱਲ ਕਰੀਏ ਉਹ ਵੀ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਕਿਉਂਕਿ ਜਸਪ੍ਰੀਤ ਖਰੜ ਦਾ ਜਿਹੜਾ ਐਨਕਾਊਂਟਰ ਹੋਇਆ ਉਸ ਤੇ ਸਵਾਲ ਚੁੱਕੇ ਜਾ ਰਹੇ ਨੇ। ਜੈਪਾਲ ਭੁੱਲਰ ਦਾ ਜਿਹੜਾ ਐਨਕਾਊਂਟਰ ਹੋਇਆ ਉਸ ਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਔਰ